ठीक है। मेरे को फाइल डाउनलोड होके आ गई। ਹੁਣ ਇਸ ਫਾਈਲ ਦੇ ਅੰਦਰ ਦੇਖੋਗੇ ਨਾ ਇੱਕ ਆਈਟਮ ਨਾਮ ਦੀ ਸ਼ੀਟ ਆ, ਇੱਕ ਦੇਖੋਗੇ ਸੇਲ ਪਰਚੇਜ ਡਿਟੇਲ ਨਾਮ ਦੀ ਸ਼ੀਟ ਆ, ਇੱਕ ਦੇਖੋਗੇ ਸ਼ੀਟ 3 ਨਾਮ ਤੋਂ ਬਲੈਂਕ ਸ਼ੀਟ। ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਆਈਟਮਸ ਵਾਲੀ ਸ਼ੀਟ ਦੇ ਵਿੱਚ ਸਮਝਦੇ ਹਾਂ। ਦੇਖੋਗੇ ਹੁਣ ਆਈਟਮ ਵਾਲੀ ਸ਼ੀਟ ਦੇ ਵਿੱਚ ਨਾ ਉੱਪਰ ਦੇਖੋਗੇ ਹੈਡਿੰਗ ਲਿਖੀ ਹੋਈ ਆ। ਠੀਕ ਹੈ। ਤੇ ਹੈਡਿੰਗ ਤੇ ਤੁਹਾਨੂੰ ਇੱਕ ਬਟਨ ਦਿਖ ਰਹੀ ਹੋਗੀ, ਦਿਖ ਰਹੀ ਆ ਰਿਕਟੈਂਗਲ ਟਾਈਪ ਦੀ। ਮੈਂ ਇਸ ਬਟਨ ਨੂੰ ਹਲੇ ਆਫ ਕਰ ਰਹੀ ਹਾਂ। ਇਸ ਬਟਨ ਦਾ ਨੇਮ ਹੈਗਾ ਫਿਲਟਰ। ਠੀਕ ਹੈ। ਫਿਲਟਰ ਵਾਲੇ ਆਪਾਂ ਅੱਗੇ ਸਮਝਦੇ ਹਾਂ, ਮੈਨੂੰ ਆਫ ਕਰਵਾ। ਠੀਕ ਹੈ। ਪਹਿਲਾਂ ਆਪਾਂ ਡਾਟਾ ਦੀ ਗੱਲ ਕਰਦੇ ਹਾਂ। ਜਿਵੇਂ ਤੁਹਾਨੂੰ ਮੈਂ ਐਗਜ਼ਾਮਪਲ ਦਿੱਤਾ ਵੀ ਮੈਂ ਇੱਕ ਸ਼ਾਪ ਓਪਨ ਕਰਵਾਈ, ਉਸ ਸ਼ਾਪ ਦੇ ਵਿੱਚ ਜਿੰਨੇ ਵੀ ਸਮਾਨ ਸੀਗੇ ਉਹ ਸਾਰੇ ਸਮਾਨ ਮੈਂ ਇਦਾਂ ਆਰਗੇਨਾਈਜ਼ ਕਰਕੇ ਰੱਖ। ਸਭ ਤੋਂ ਪਹਿਲਾਂ ਤਾਂ ਲਿਖ ਲਿਆ ਆਈਟਮ ਆਈਡੀ, ਉਸ ਤੋਂ ਬਾਅਦ ਲਿਖ ਲਿਆ ਆਈਟਮ ਨੇਮ, ਉਸ ਤੋਂ ਬਾਅਦ ਲਿਖਿਆ ਐਚਐਸਐਨ ਨੰਬਰ, ਉਸ ਤੋਂ ਬਾਅਦ ਲਿਖਿਆ ਈਮੇਲ। ਠੀਕ ਹੈ। ਆਈਟਮ ਆਈਡੀ ਕੀ ਹੁੰਦੀ ਆ? ਆਈਟਮ ਆਈਡੀ ਦਾ ਮਤਲਬ ਹੈਗਾ, ਜਿਵੇਂ ਦੇਖੋਗੇ ਇੱਥੇ ਜਿੰਨੇ ਵੀ ਆਈਟਮ ਲਿਖੇ ਹੋਏ ਆ ਨਾ, ਸਾਰਿਆਂ ਨੂੰ ਇੱਕ ਯੂਨੀਕ ਨੰਬਰ ਦਿੱਤਾ ਹੋਇਆ। ਇਹ ਯੂਨੀਕ ਨੰਬਰ ਇਸ ਲਈ ਦਿੱਤਾ ਗਿਆ ਕਿ ਜਦੋਂ ਮੈਂ ਕਿਸੇ ਵੀ ਸਮਾਨ ਨੂੰ ਸੇਲ ਜਾਂ ਪਰਚੇਜ਼ ਕਰਦੀ ਹਾਂ ਤਾਂ ਮੈਂ ਉਹਦੀ ਆਈਟਮ ਆਈਡੀ ਲਿਖੂੰਗੀ, ਨਾ ਕਿ ਉਹਦਾ ਪ੍ਰੋਪਰ ਨੇਮ ਲਿਖੂੰਗੀ। ਜਿਵੇਂ ਆਪਾਂ ਕੁਰਕੁਰੇ ਦੀ ਗੱਲ ਕਰੀਏ, ਇੱਥੇ ਆਪਾਂ ਆ ਜਾਂਦੇ ਹਾਂ 5 ਰੁਪਏ ਵਾਲੇ ਕੁਰਕੁਰੇ ਦੀ ਗੱਲ ਕਰੀਏ। ਠੀਕ ਹੈ। ਤਾਂ ਹੁਣ ਇਹਦਾ ਮੈਂ ਮੈਨੂੰ ਸੇਲ ਪਰਚੇਜ ਡਿਟੇਲ ਤੇ ਜਿਵੇਂ ਇੱਥੇ ਆ ਜਾਊਗੀ ਸੇਲ ਪਰਚੇਜ ਡਿਟੇਲ ਆ ਮੇਰੇ ਕੋਲ। ਇਹਦੇ ਵਿੱਚ ਵੀ ਮੈਂ ਕੀ ਕਰਦੀ ਹਾਂ, ਪਹਿਲਾਂ ਫਿਲਟਰ ਕਮਾਂਡ ਨੂੰ ਆਫ ਕਰਦੀ ਹਾਂ। ਠੀਕ ਹੈ। ਹੁਣ ਇਹਦੇ ਵਿੱਚ ਆ ਜਾਓਗੇ ਤਾਂ ਆ ਦੇਖੋ ਇੱਥੇ ਲਿਖਿਆ ਹੋਇਆ, ਆਪਾਂ ਇੱਧਰ ਕਰਦੇ ਹਾਂ, ਇੱਧਰ ਦੇਖੋਗੇ ਲਿਖਿਆ ਹੋਇਆ ਆਈਟਮ ਆਈਡੀ। ਤਾਂ ਹੁਣ ਇੱਥੇ ਆਈਟਮ ਆਈਡੀ ਲਿਖਿਆ ਹੋਇਆ 293, ਤਾਂ 293 ਦਾ ਮਤਲਬ ਇੱਥੇ ਕੋਈ ਨਾ ਕੋਈ ਆਈਟਮ ਹੋਣੀ। ਇੱਥੇ ਅਗਰ ਆਪਾਂ ਚੱਲਦੇ ਹਾਂ 293 ਤਾਂ ਇਹਦਾ ਮਤਲਬ ਹੈਗਾ ਕੋਈ ਨਾ ਕੋਈ ਆਈਟਮ। हाँ देखो 293 ਤੇ ਕੀ ਹੈ। ਠੀਕ ਹੈ। ਹੁਣ ਇਹ ਆਈਟਮ ਆਈਡੀ ਦਾ ਇਸ ਲਈ ਯੂਜ਼ ਕੀਤਾ ਗਿਆ ਹੈ ਕਿ ਆਪਾਂ ਨੂੰ ਲਿਖਣਾ ਵੀ ਈਜ਼ੀ ਰਵੇ, ਯਾਦ ਕਰਨਾ ਵੀ ਈਜ਼ੀ ਰਵੇ ਤੇ ਪੜ੍ਹਨਾ ਵੀ ਈਜ਼ੀ ਰਵੇ। ਜਿਵੇਂ ਹੁਣ ਅਗਰ ਕੋਈ ਵੀ ਸਮਾਨ ਮੇਰੇ ਸ਼ਾਪ ਤੋਂ ਖਰੀਦ ਕੇ ਲੈ ਕੇ ਜਾਂਦਾ ਤਾਂ ਮੈਨੂੰ ਆ ਪੂਰਾ ਇਦਾਂ ਨਾ ਲਿਖਣਾ ਪਵੇ, ਉਹਦੀ ਆਈਡੀ ਲਿਖਣੀ ਪਵੇ। ਤਾਂ ਇਸ ਲਈ ਆਪਾਂ ਕੀ ਕਰਦੇ ਹਾਂ, ਇੱਥੇ ਆਈਟਮ ਆਈਡੀ ਲਗਾ ਲਈ। ਜਿਵੇਂ ਆਪਾਂ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਤਾਂ ਆਪਾਂ ਨੂੰ ਵੀ ਆਪਣੇ ਨੇਮ ਤੋਂ ਨਹੀਂ ਜਾਣਿਆ ਜਾਂਦਾ ਸੀ, ਰੋਲ ਨੰਬਰ ਤੋਂ ਜਾਣਿਆ ਜਾਂਦਾ ਸੀ। ਕਿਉਂਕਿ ਨੇਮ ਤਾਂ ਡਬਲ ਵੀ ਹੋ ਸਕਦੇ ਆ, ਬਟ ਰੋਲ ਨੰਬਰ ਹਮੇਸ਼ਾ ਯੂਨੀਕ ਹੁੰਦਾ ਹੈ ਨਾ। ਜਿਵੇਂ ਫਸਟ ਰੋਲ ਨੰਬਰ ਆਤਾ, ਫਸਟ ਰੋਲ ਨੰਬਰ ਤੇ 2 ਸਟੂਡੈਂਟ ਨਹੀਂ ਹੋਣਗੇ ਇੱਕ ਕਲਾਸ ਦੇ ਵਿੱਚ, ਇੱਕ ਹੀ ਹੋਊਗਾ। ਤੇ ਜਦੋਂ ਆਪਾਂ ਕਾਲਜ ਦੇ ਵਿੱਚ ਲੱਗੇ ਤਾਂ ਆਪਾਂ ਨੂੰ ਰਜਿਸਟ੍ਰੇਸ਼ਨ ਨੰਬਰ ਮਿਲ ਜਾਂਦਾ, ਉਹ ਰਜਿਸਟ੍ਰੇਸ਼ਨ ਨੰਬਰ ਵੀ ਯੂਨੀਕ ਹੁੰਦਾ। ਠੀਕ ਹੈ। ਤਾਂ ਇਹ ਹੋ ਗਈ ਆਪਣੀ ਆਈਟਮ। ਹਰੇਕ ਆਈਟਮ ਨੂੰ ਨੰਬਰ ਦਿੱਤਾ। ਹੁਣ ਸਪੋਜ਼ ਮੈਨੂੰ ਦੇਖਣਾ ਹੋਵੇ ਕਿੰਨੇ ਆਈਟਮ ਆਈਡੀ ਦਿੱਤੀ ਹੋਈ ਆ, ਤਾਂ ਆਪਾਂ ਇੱਥੇ ਰੱਖ ਕੇ ਕਰਸਰ ਕੰਟਰੋਲ ਸ਼ਿਫਟ ਦੇ ਨਾਲ ਡਾਊਨ ਐਰੋ ਕੀਜ਼ ਕਰਾਂਗੇ ਤਾਂ ਲਾਸਟ ਤੱਕ ਆਪਾਂ ਨੂੰ ਦਿਖਾ ਦੇਗਾ। ਠੀਕ ਹੈ। ਫਿਰ ਆਪਾਂ ਟੌਪ ਤੇ ਚੱਲਦੇ ਹਾਂ। ਆਈਟਮ ਆਈਡੀ ਸਮਝ ਲੱਗ ਗਈ। ਆਈਟਮ ਨੇਮ ਤਾਂ ਸਮਝ ਲੱਗ ਗਿਆ, ਦੇਖ ਕੇ ਹੀ ਪਤਾ ਲੱਗਦਾ ਵੀ ਆਈਟਮ ਨੇਮ ਦਾ ਮਤਲਬ ਕੀ ਹੈ। ਠੀਕ ਹੈ। ਅੱਗੇ ਹੈਗਾ ਐਚਐਸਐਨ ਨੰਬਰ। ਐਚਐਸਐਨ ਨੰਬਰ ਦਾ ਮਤਲਬ ਹੁੰਦਾ ਹਰੇਕ ਜਿਹੜੀ ਆਈਟਮ ਹੁੰਦੀ ਹੈ ਉੱਥੇ ਇੱਕ ਨੰਬਰ ਹੁੰਦਾ ਵਾ, ਉਹ ਗਵਰਨਮੈਂਟ ਵੱਲੋਂ ਆਪਾਂ ਨੂੰ ਮਿਲਦਾ ਵਾ, ਉਹ ਪਹਿਲਾਂ ਹੀ ਉਸ ਆਈਟਮ ਤੇ ਲਿਖਿਆ ਹੁੰਦਾ ਵਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਐਚਐਸਐਨ ਨੰਬਰ। ਠੀਕ ਹੈ। ਤਾਂ ਐਚਐਸਐਨ ਨੰਬਰ ਦੇਖ ਸਕਦੇ ਹੋ ਜੋ ਵੀ ਹੈ ਸਾਰਿਆਂ ਦਾ ਲਗਭਗ ਯੂਨੀਕ ਹੁੰਦਾ ਵਾ। ਠੀਕ ਹੈ। ਐਚਐਸਐਨ ਨੰਬਰ। ਅੱਗੇ ਆ ਗਿਆ ਯੂਨਿਟ। ਠੀਕ ਹੈ। ਯੂਨਿਟ ਦਾ ਮਤਲਬ ਹੈਗਾ ਜਿਵੇਂ ਆਪਾਂ ਆਟਾ ਲੈ ਕੇ ਆ ਰਹੇ ਹਾਂ ਤਾਂ ਉਹਨੂੰ ਬੈਗ ਦੇ ਵਿੱਚ ਲੈ ਕੇ ਆਵਾਂਗੇ। ਠੀਕ ਹੈ। ਉਹਨਾਂ ਦੀ ਯੂਨਿਟ ਲਿਖੀ ਹੋਈ ਆ। ਅਗਰ ਆਪਾਂ ਨੂੰ ਆਇਲ ਲੈਣਾ ਹੋਵੇ ਤਾਂ ਆਪਾਂ ਲੀਟਰ ਦੇ ਵਿੱਚ ਲਵਾਂਗੇ, ਪੈਕ ਦੇ ਵਿੱਚ ਤਾਂ ਲੈਣਾ ਨਹੀਂ ਹੈਗਾ, ਬੋਰੇ ਦੇ ਵਿੱਚ ਤਾਂ ਲੈਣਾ ਨਹੀਂ ਹੈਗਾ। ਠੀਕ ਹੈ। ਤਾਂ ਉਹ ਸਾਰਾ ਕੁਝ ਇੱਥੇ ਲਿਖਿਆ ਹੋਇਆ ਵਾ ਉਹਨਾਂ ਦੇ ਅਕੋਰਡਿੰਗ। ਠੀਕ ਹੈ। ਤਾਂ ਆਹ ਸ਼ੀਟ ਤੁਹਾਨੂੰ ਸਮਝ ਆ ਗਈ ਵੀ ਜਦੋਂ ਮੈਂ ਸ਼ਾਪ ਓਪਨ ਕਰਵਾਈ ਤਾਂ ਉਹਦੇ ਵਿੱਚ ਜਿੰਨਾ ਵੀ ਸਮਾਨ ਸੀਗਾ ਉਹਦੇ ਅਕੋਰਡਿੰਗ ਮੈਂ ਇਦਾਂ ਡਾਟਾ ਆਰਗੇਨਾਈਜ਼ ਕਰਕੇ ਰੱਖ ਲਿਆ। ਹੁਣ ਆਪਾਂ ਗੱਲ ਕਰਦੇ ਹਾਂ ਸੇਲ ਪਰਚੇਜ਼ ਦੀ। ਜਦੋਂ ਮੇਰੇ ਸ਼ਾਪ ਦੇ ਵਿੱਚ ਸੇਲ ਪਰਚੇਜ਼ ਹੋਣ ਲੱਗੀ ਤਾਂ ਉਹਦੀ ਵੀ ਡਿਟੇਲ ਮੈਂ ਰੱਖੀ ਹੋਈ ਆ। ਆ ਡਿਟੇਲ ਮੇਰੇ ਕੋਲ ਇੱਥੇ ਪਈ। ਠੀਕ ਹੈ। ਹੁਣ ਇਸ ਡਿਟੇਲ ਦੇ ਵਿੱਚ ਕੁਝ ਡਿਟੇਲ ਇਦਾਂ ਦੀ ਵੀ ਆ ਜਿਹੜੀ ਅਕਾਊਂਟ ਤੋਂ ਰਿਲੇਟਡ ਆ, ਤਾਂ ਮੈਂ ਉਹਨੂੰ ਕੀ ਕਰਨ ਲੱਗੀ ਆ, ਡਿਲੀਟ ਕਰਨ ਲੱਗੀ ਆ। ਜਿਵੇਂ ਇੱਥੇ ਦੇਖੋ ਨਾ ਟੈਕਸੇਬਲ ਅਮਾਉਂਟ ਤੱਕ ਹੀ ਆਪਾਂ ਨੂੰ ਜ਼ਰੂਰਤ ਹੈਗੀ ਆ, ਤਾਂ ਮੈਂ ਇੱਧਰ ਵਾਲੇ ਸਾਰੇ ਡਿਲੀਟ ਕਰਨ ਲੱਗੀ ਆ। ਇੱਧਰ ਵਾਲੇ ਸਾਰੇ ਡਿਲੀਟ ਕਰਨ ਲਈ ਇੱਥੇ ਰੱਖੋ ਕਰਸਰ, ਕੰਟਰੋਲ ਸ਼ਿਫਟ ਦੇ ਨਾਲ ਰਾਈਟ ਐਰੋ ਕੀਜ਼ ਕਰੋਗੇ, ਦੈਨ ਡਾਊਨ ਐਰੋ ਕੀਜ਼ ਕਰੋਗੇ ਤਾਂ ਸਾਰਾ ਸਿਲੈਕਟ ਹੋ ਜਾਣਾ। ਜਦੋਂ ਸਿਲੈਕਟ ਹੋ ਗਿਆ ਤਾਂ ਆਪਾਂ ਹੋਮ ਦੇ ਵਿੱਚ ਜਾ ਕੇ ਕਲੀਅਰ ਆਲ ਦੀ ਆਪਸ਼ਨ ਦੇ ਦੇਣੀ ਹੈ। ਕਲੀਅਰ ਆਲ ਕਰਵਾ ਦੋਗੇ ਤਾਂ ਕਲੀਅਰ ਹੋ ਜਾਣਾ। ਪਤਾ ਲੱਗਿਆ ਕਿੱਦਾਂ ਮੈਂ ਕੀਤਾ। ਹੁਣ ਜਿੰਨਾ ਵੀ ਕਾਲਮ ਲਿਖੇ ਹੋਏ ਆ ਸਾਰੇ ਕਾਲਮ ਨੂੰ ਆਪਾਂ ਸਮਝਦੇ ਹਾਂ। ਸਭ ਤੋਂ ਪਹਿਲਾਂ ਇੱਥੇ ਲਿਖਿਆ ਹੋਇਆ ਨਾ ਵੀ ਟਾਈਪ। ਵੀ ਟਾਈਪ ਦਾ ਮਤਲਬ ਹੁੰਦਾ ਵਾਚਰ ਟਾਈਪ। ਠੀਕ ਹੈ। ਵਾਚਰ ਟਾਈਪ ਦਾ ਮਤਲਬ ਹੈਗਾ ਇੱਥੇ ਤੁਹਾਨੂੰ ਵਾਚਰ ਟਾਈਪ 5 ਟਾਈਪ ਦੇ ਮਿਲਣ, ਸੌਰੀ 4 ਟਾਈਪ ਦੇ ਮਿਲਣਗੇ। ਠੀਕ ਹੈ। ਪੀ ਦਾ ਮਤਲਬ ਪਰਚੇਜ਼, ਐਸ ਦਾ ਮਤਲਬ ਸੇਲ ਤੇ ਪੀਸੀ ਦਾ ਮਤਲਬ ਪਰਚੇਜ਼ ਕੈਸ਼ ਤੇ ਐਸਸੀ ਦਾ ਮਤਲਬ ਸੇਲ ਕੈਸ਼। ਮਤਲਬ ਇੱਥੇ ਜਿਹੜਾ ਵੀ ਟਾਈਪ ਲਿਖਿਆ, ਵੀ ਟਾਈਪ ਦਾ ਮਤਲਬ ਵਾਚਰ ਟਾਈਪ, ਉਹ 4 ਟਾਈਪ ਦੇ ਮਿਲਣਗੇ।
ਜਿਵੇਂ ਦੇਖ ਸਕਦੇ ਹੋ ਇੱਥੇ P ਇੱਥੇ S ਵੀ ਮਿਲ ਗਿਆ, ਥੱਲੇ ਜਾਓਗੇ ਤਾਂ S ਵੀ ਮਿਲ ਸਕਦਾ ਵਾ ਤੇ PS ਵੀ ਮਿਲ ਸਕਦਾ, ਠੀਕ ਹੈ। ਇਦਾਂ ਕਰਕੇ ਤੁਹਾਨੂੰ 4 ਟਾਈਪ ਦੇ ਮਿਲਣਗੇ। ਸਾਰਿਆਂ ਦਾ ਮਤਲਬ ਕੀ ਆ ਆਪਾਂ ਸਮਝਦੇ ਹਾਂ। ਜਿਵੇਂ ਆਪਾਂ P ਦੀ ਗੱਲ ਕਰੀਏ ਤਾਂ P ਦਾ ਮਤਲਬ ਹੈਗਾ ਪਰਚੇਜ਼। P ਦੀ ਗੱਲ ਕਰੀਏ ਤਾਂ P ਦਾ ਮਤਲਬ ਹੈਗਾ ਪਰਚੇਜ਼। PC ਦੀ ਗੱਲ ਕਰੀਏ ਤਾਂ ਉਹਦਾ ਮਤਲਬ ਹੈਗਾ ਪਰਚੇਜ਼ ਕੈਸ਼, ਠੀਕ ਹੈ। ਹੁਣ ਪਰਚੇਜ਼ ਐਂਡ ਪਰਚੇਜ਼ ਕੈਸ਼ ਦੇ ਵਿੱਚ ਡਿਫਰੈਂਸ ਕੀ ਆਪਾਂ ਸਮਝਦੇ ਹਾਂ। ਜਿਵੇਂ ਸਪੋਜ਼ ਕਰ ਲਓ ਮੈਂ ਕਿਸੇ ਸ਼ਾਪ ਤੇ ਗਈ ਸਮਾਨ ਖਰੀਦਣ, ਠੀਕ ਹੈ। ਤਾਂ ਅਗਰ ਮੈਂ ਲਿਖਦੀ ਹਾਂ ਪਰਚੇਜ਼, ਤਾਂ ਪਰਚੇਜ਼ ਦਾ ਮਤਲਬ ਮੈਂ ਸਮਾਨ ਤਾਂ ਖਰੀਦ ਲਿਆ ਬਟ ਹਲੇ ਉਹਦੇ ਪੈਸੇ ਦੇਣੇ ਆ ਕਿ ਨਹੀਂ ਦੇਣੇ ਹਲੇ ਕੰਫਰਮ ਨਹੀਂ ਹੈ। ਅਗਰ ਆਪਾਂ ਪਰਚੇਜ਼ ਕੈਸ਼ ਦੀ ਗੱਲ ਕਰਦੇ ਹਾਂ, PC ਦੀ ਗੱਲ ਕਰਦੇ ਹਾਂ, ਤਾਂ ਪਰਚੇਜ਼ ਕੈਸ਼ ਦਾ ਮਤਲਬ ਮੈਂ ਸਮਾਨ ਖਰੀਦਿਆ ਨਾਲ ਦੇ ਨਾਲ ਉਹਨੂੰ ਪੈਸੇ ਵੀ ਦਿੱਤੇ। ਤਾਂ ਪਰਚੇਜ਼ ਦਾ ਮਤਲਬ ਮੈਂ ਸਮਾਨ ਖਰੀਦ ਕੇ ਤਾਂ ਲੈ ਕੇ ਆਈ ਹਾਂ, ਉਹਦੇ ਪੈਸੇ ਹਲੇ ਉਧਾਰ ਆ ਕਿ ਦੇਣੇ ਆ ਇਹ ਹਲੇ ਕਨਫਰਮ ਨਹੀਂ ਹੈਗਾ। ਤੇ PC ਦਾ ਮਤਲਬ ਮੈਂ ਪਰਚੇਜ਼ ਕੀਤਾ ਨਾਲ ਦੇ ਨਾਲ ਪੈਸੇ ਵੀ ਦਿੱਤੇ। ਇਦਾਂ ਹੀ ਸੇਮ ਟੂ ਸੇਮ ਸੇਲ ਦੀ ਗੱਲ, ਅਗਰ ਆਪਾਂ S ਦੀ ਗੱਲ ਕਰੀਏ ਤਾਂ ਓਨਲੀ ਸੇਲ ਕੀਤਾ, ਸੇਲ ਦਾ ਮਤਲਬ ਮੈਂ ਸਮਾਨ ਤਾਂ ਵੇਚ ਦਿੱਤਾ, ਹੁਣ ਪਤਾ ਨਹੀਂ ਹੈਗਾ, ਪਤਾ ਨਹੀਂ ਉਹਦੇ ਪੈਸੇ ਮੇਰੇ ਕੋਲ ਆਏ ਕਿ ਨਹੀਂ ਆਏ, ਠੀਕ ਹੈ। ਤੇ ਸੇਲ ਕੈਸ਼ ਦੀ ਗੱਲ ਕਰੀਏ ਤਾਂ ਸੇਲ ਕੀਤਾ ਨਾਲ ਦੇ ਨਾਲ ਮੇਰੇ ਹੱਥ 'ਚ ਪੈਸੇ, ਠੀਕ ਹੈ। ਚਾਰਾਂ ਦੇ ਵਿੱਚ ਇਹ ਡਿਫਰੈਂਸ ਆ, ਲੱਗਿਆ ਪਤਾ ਸਾਰਿਆਂ ਨੂੰ। ਤਾਂ ਜਿਵੇਂ ਆ ਸ਼ੂਗਰ ਦੀ ਗੱਲ ਕੀਤੀ ਜਾਵੇ ਤਾਂ ਇਹ ਪਰਚੇਜ਼ ਕੈਸ਼ ਕੀਤੀ ਹੋਈ ਆ ਵੀ ਮੈਂ ਸ਼ੂਗਰ ਲੈ ਕੇ ਆਈ ਨਾਲ ਦੇ ਨਾਲ ਉਹਨੂੰ ਪੈਸੇ ਵੀ ਦਿੱਤੇ, ਠੀਕ ਹੈ। ਥੱਲੇ ਜਿਵੇਂ ਇੱਥੇ ਪਰਚੇਜ਼ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਦੇਖੂੰਗੀ ਆਈਟਮ ਆਈਡੀ 135 ਆਈਟਮ ਆਈਡੀ ਆ, 135 ਤੇ ਕਿਹੜੀ ਆਈਟਮ ਆਪਾਂ ਇੱਥੋਂ ਦੇਖ ਸਕਦੇ ਹਾਂ, ਦੇਖਣਾ ਹੋਵੇ ਤਾਂ ਆਪਾਂ ਇੱਥੋਂ ਦੇਖ ਸਕਦੇ ਹਾਂ, ਠੀਕ ਹੈ। ਤਾਂ ਸਮਾਨ ਮੈਂ ਲੈ ਕੇ ਆਈ ਪਰਚੇਜ਼ ਕਰਕੇ ਬਟ ਇਹਦੇ ਹਲੇ ਪੈਸੇ ਦਿੱਤੇ ਹੋਏ ਆ ਕਿ ਨਹੀਂ ਦਿੱਤੇ ਕਨਫਰਮ ਨਹੀਂ ਹੈ। ਇਦਾਂ ਹੀ ਸੇਲ ਦੀ ਗੱਲ ਕੀਤੀ ਜਾਵੇ ਤਾਂ ਥੱਲੇ ਆਪਾਂ ਨੂੰ ਸੇਲ ਮਿਲ ਜਾਣੀ ਆ। ਜਿਵੇਂ ਆ ਸੇਲ ਦੀ ਗੱਲ ਕੀਤੀ ਜਾਵੇ, ਜਿਵੇਂ ਇਹਦੀ ਗੱਲ ਕੀਤੀ ਜਾਵੇ 43 ਆਈਟਮ ਆਈਡੀ ਦੀ ਸੇਲ ਕੈਸ਼ ਕੀਤਾ ਹੋਇਆ, ਮਤਲਬ ਸਮਾਨ ਵੇਚਤਾ ਨਾਲ ਦੇ ਨਾਲ ਉਹਦੇ ਪੈਸੇ ਵੀ ਆ ਗਏ। ਤਾਂ 43 ਤੇ ਕਿਹੜਾ ਆਈਟਮ ਆਪਾਂ ਇੱਥੋਂ ਚੈੱਕ ਕਰਵਾ ਸਕਦੇ ਹਾਂ। ਆ ਦੇਖੋ, ਦੇਖ ਸਕਦੇ ਹੋ ਕੀ ਚੀਜ਼ ਆ, ਗੱਲ ਸਮਝ ਲੱਗ ਗਈ। ਤਾਂ ਮੈਨੂੰ ਲੱਗਦਾ V ਟਾਈਪ ਦੀ ਗੱਲ ਸਮਝ ਲੱਗ ਗਈ, ਠੀਕ ਹੈ। ਅੱਗੇ ਲਿਖਿਆ ਹੋਇਆ V ਨੰਬਰ, V ਨੰਬਰ ਦਾ ਮਤਲਬ ਹੁੰਦਾ ਵਾਚਰ ਨੰਬਰ, ਠੀਕ ਹੈ। ਦੇਖੋ ਜਦੋਂ ਆਪਾਂ ਕੋਈ ਸਮਾਨ ਪਰਚੇਸ ਕਰਕੇ ਲੈ ਕੇ ਆਉਂਦੇ ਹਾਂ ਨਾ ਤਾਂ ਉਹਦੀ ਇੱਕ ਐਂਟਰੀ ਬਣਦੀ ਹੈ ਵੀ ਕਿੰਨੇ ਸਮਾਨ ਮੇਰੇ ਤੋਂ ਗਏ ਤੇ ਉਹਦੇ ਲਈ ਮੈਨੂੰ ਕਿੱਥੋਂ ਪੈਸੇ ਆਏ, ਤਾਂ ਉਹਦੀ ਇੱਕ ਐਂਟਰੀ ਪੈਂਦੀ ਆ। ਉਹ ਐਂਟਰੀ ਜਿਹੜੇ ਪੇਜ ਤੇ ਪੈਂਦੀ ਆ ਉਹਨੂੰ ਆਪਾਂ ਕਹਿੰਦੇ ਵਾਚਰ ਨੰਬਰ, ਠੀਕ ਹੈ। ਜਿਵੇਂ ਅਗਰ ਤੁਸੀਂ ਅਕਾਊਂਟ ਦੇ ਵਿੱਚ ਜਾਓਗੇ ਤਾਂ ਉਹਦੇ ਵਿੱਚ ਜਿੰਨੇ ਵੀ ਸੇਲ ਕੀਤੇ ਜਾਂਦੇ, ਜਿੰਨੇ ਵੀ ਪਰਚੇਸ ਕੀਤੇ ਜਾਂਦੇ ਆ ਸਮਾਨ, ਉਹਦੀ ਇੱਕ ਕਾਪੀ 'ਚ ਐਂਟਰੀ ਪੈਂਦੀ ਹੈ, ਠੀਕ ਹੈ। ਤਾਂ ਉਹ ਐਂਟਰੀ ਜਿਹੜੇ ਵੀ ਪੇਜ ਤੇ ਪਈ ਹੋਈ ਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਵਾਚਰ ਨੰਬਰ। ਜਿਵੇਂ ਆ ਦੇਖੋਗੇ ਪਰਚੇਸ ਕੈਸ਼ ਵਾਲੀ ਐਂਟਰੀ ਪਹਿਲੇ ਪੇਜ ਤੇ ਪਈ ਹੋਈ ਹੈ, ਸੇਲ ਕੈਸ਼ ਵਾਲੀ ਐਂਟਰੀ ਵੀ ਪਹਿਲੇ ਪੇਜ ਤੇ ਪਈ ਹੋਈ ਹੈ, ਇਦਾਂ ਕਰਕੇ ਇੱਥੇ ਨੰਬਰ ਲਿਖਿਆ ਹੋਇਆ ਪੇਜ ਦੇ ਨੰਬਰ, ਠੀਕ ਹੈ। ਇਹ ਜਿਹੜਾ ਪੇਜ ਦਾ ਨੰਬਰ ਲਿਖਿਆ ਹੈ ਮੈਨੂਅਲੀ ਕੰਮ ਕਰਨ ਵਾਲਿਆਂ ਦਾ ਲਈ ਆ ਵੀ ਸਪੋਜ਼ ਕਰ ਲਓ ਮੈਂ ਇੱਕ ਕਾਪੀ 'ਚ ਐਂਟਰੀ ਵੀ ਪਾਈ ਹੋਈ ਆ, ਉਹ ਐਂਟਰੀ ਦਾ ਮੈਂ ਪੇਜ ਨੰਬਰ ਲਗਾਇਆ ਹੋਇਆ ਪੇਜ ਤੇ ਨੰਬਰ, ਤਾਂ ਉਹੀ ਪੇਜ ਨੰਬਰ ਮੈਂ ਇੱਥੇ ਲਿਖਿਆ ਹੋਇਆ। ਬਾਈ ਚਾਂਸ ਐਂਟਰੀ ਮੈਨੂੰ ਚੈੱਕ ਕਰਨੀ ਹੋਏ ਤਾਂ ਮੈਂ ਇੱਥੋਂ ਪੇਜ ਨੰਬਰ ਚੈੱਕ ਕਰ ਲੂੰਗੀ, ਆ ਪੇਜ ਨੰਬਰ ਫਸਟ, ਤਾਂ ਮੇਰੇ ਕੋਲ ਜਿਹੜੀ ਬੁੱਕ ਹੋਊਗੀ ਉਹ ਬੁੱਕ ਤੇ ਮੈਂ ਚੈੱਕ ਕਰ ਲੂੰਗੀ ਪੇਜ ਨੰਬਰ ਫਸਟ ਤੇ ਆ ਐਂਟਰੀ ਹੈਗੀ ਹੈ ਕਿ ਨਹੀਂ ਹੈ, ਠੀਕ ਹੈ। ਉਹੀ ਇੱਥੇ ਲਿਖਿਆ ਹੋਇਆ। ਅੱਗੇ ਆਈਟਮ ਆਈਡੀ ਤੁਸੀਂ ਸਮਝ ਚੁੱਕੇ ਹੋ, ਆਈਟਮ ਆਈਡੀ ਦਾ ਮਤਲਬ ਕੀ ਹੈ, ਠੀਕ ਹੈ। ਅੱਗੇ ਲਿਖਿਆ ਹੋਇਆ GST ਸਲੈਬ ਆਈਡੀ, ਠੀਕ ਹੈ। GST ਸਲੈਬ ਆਈਡੀ ਦਾ ਮਤਲਬ ਹੁੰਦਾ ਹਰੇਕ ਸਮਾਨ ਤੇ GST ਲੱਗਦੀ ਹੈ। ਤੇ GST ਇਦਾਂ ਵੀ ਨਹੀਂ ਹੈਗੀ ਵੀ ਆਪਾਂ ਕਿਸੇ ਵੀ ਸਮਾਨ ਨੂੰ ਕੋਈ ਵੀ GST ਲਗਾ ਸਕਦੇ ਹਾਂ, ਫਿਕਸ GST ਹੁੰਦੀ ਹੈ, ਜਾਂ ਤਾਂ 0% ਲੱਗਣੀ ਹੈ, ਜਾਂ ਤਾਂ 5%, ਜਾਂ ਤਾਂ 12%, ਜਾਂ ਤਾਂ 18%, ਜਾਂ ਤਾਂ 28%, ਠੀਕ ਹੈ। ਜਿਹੜੇ ਸਭ ਤੋਂ ਛੋਟੇ ਸਮਾਨ ਹੋਣਗੇ ਉਹਨਾਂ ਨੂੰ 0%, ਉਸ ਤੋਂ ਵੱਡੇ ਨੂੰ 5, ਉਸ ਤੋਂ ਵੱਡੇ ਨੂੰ 12, ਉਸ ਤੋਂ ਵੱਡੇ ਨੂੰ 18, ਤੇ ਜਿਹੜੇ ਸਭ ਤੋਂ ਵੱਡੇ ਹੋਣਗੇ ਉਹਨਾਂ ਨੂੰ 28% GST ਲੱਗਣੀ ਹੈ। ਜਿਵੇਂ ਇੱਥੇ ਸ਼ੂਗਰ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਉਹਨੂੰ 5% GST ਲੱਗੀ ਹੋਈ ਹੈ, ਠੀਕ ਹੈ। ਇੱਥੇ ਕਿਸੇ ਆਈਟਮ ਦੀ ਗੱਲ ਕੀਤੀ ਜਾਵੇ ਤਾਂ ਇਹਨੂੰ 12% ਲੱਗੀ ਹੋਈ ਹੈ, ਇੱਥੇ ਇਹਦੀ ਗੱਲ ਕੀਤੀ ਜਾਵੇ ਤਾਂ 0% ਲੱਗੀ ਹੋਈ ਹੈ। ਇੱਦਾਂ ਹੀ ਤੁਸੀਂ ਅੱਗੇ ਜਾਓਗੇ ਤਾਂ ਹਰੇਕ ਪ੍ਰੋਡਕਟ ਦੇ ਸਾਹਮਣੇ, ਹਰੇਕ ਆਈਟਮ ਦੇ ਸਾਹਮਣੇ ਉਹਦੀ GST ਲਿਖੀ ਹੋਈ ਹੈ ਵੀ GST ਇਹਨੂੰ ਕਿੰਨੇ % ਲੱਗੀ, ਠੀਕ ਹੈ। ਤਾਂ GST ਸਲੈਬ ਆਈਡੀ ਵੀ ਸਮਝ ਆ ਗਿਆ, ਠੀਕ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਕੁਆਂਟੀਟੀ, ਕੁਆਂਟੀਟੀ ਦਾ ਮਤਲਬ ਮੈਂ ਕਿੰਨਾ ਖਰੀਦ ਕੇ ਲੈ ਕੇ ਆਈ, ਜਿਵੇਂ ਆ ਸ਼ੂਗਰ ਦੀ ਗੱਲ ਕਰੀਏ ਤਾਂ ਆਪਾਂ ਇੰਨਾ ਲੈ ਕੇ ਆਏ, ਠੀਕ ਹੈ। ਅੱਗੇ ਰੇਟ, ਠੀਕ ਹੈ, ਇੱਕ ਦਾ ਰੇਟ ਕਿੰਨਾ। ਅੱਗੇ ਇੱਥੇ ਇੱਕ ਲਿਖਿਆ ਹੋਇਆ R ਤੇ ਲਿਖਿਆ ਹੋਇਆ I, ਠੀਕ ਹੈ। R ਦਾ ਮਤਲਬ ਹੈਗਾ ਰਿਸਿਪਟ ਤੇ I ਦਾ ਮਤਲਬ ਹੈਗਾ ਇਸ਼ੂ, ਠੀਕ ਹੈ। ਰਿਸਿਪਟ ਦਾ ਮਤਲਬ ਕੀ ਆ ਤੇ ਇਸ਼ੂ ਦਾ ਮਤਲਬ ਕੀ ਆ ਆਪਾਂ ਸਮਝਦੇ ਹਾਂ। ਜਿਵੇਂ ਮੈਂ ਇੱਕ ਸ਼ਾਪ ਓਪਨ ਕਰਵਾਈ ਤਾਂ ਉਹਦੇ ਵਿੱਚ ਅਗਰ ਮੈਂ ਸਮਾਨ ਲਿਆ ਕੇ ਰੱਖ ਰਹੀ ਹਾਂ ਤਾਂ ਉਹਦਾ ਮਤਲਬ ਹੈਗਾ ਮੈਂ ਰਿਸਿਪਟ ਕੀਤਾ, ਮੈਂ ਲਿਆ ਕੇ ਸਮਾਨ ਰੱਖ ਲਿਆ। ਤੇ ਅਗਰ ਮੈਂ ਕਿਸੇ ਨੂੰ ਦੇ ਰਹੀ ਹਾਂ ਤਾਂ ਮਤਲਬ ਇਸ਼ੂ ਕਰ ਰਹੀ ਹਾਂ, ਗੱਲ ਸਮਝ ਆਈ। ਰਿਸਿਪਟ ਤੇ ਇਸ਼ੂ ਦਾ ਮਤਲਬ ਕੀ ਆ,
ਅਗਰ ਮੈਂ ਸਮਾਨ ਪਰਚੇਸ ਕਰਕੇ ਲਿਆ ਕੇ ਰੱਖ ਰਹੀ ਹਾਂ, ਜਿਵੇਂ ਸਪੋਜ਼ ਕਰ ਲਓ ਮੇਰੇ ਕੋਲ ਇੱਕ ਗੋਦਾਮ ਆ, ਉਹ ਗੋਦਾਮ ਦੇ ਵਿੱਚ ਮੈਨੂੰ ਸਾਰੇ ਸਮਾਨ ਲਿਆ ਕੇ ਰੱਖਣੇ ਪੈਂਦੇ ਆ, ਤਾਂ ਮੈਂ ਅਗਰ ਕਿਸੇ ਜਗ੍ਹਾ ਤੇ ਪਰਚੇਸ ਕਰਕੇ ਸਮਾਨ ਲਿਆ ਕੇ ਉਹਦੇ ਅੰਦਰ ਰੱਖ ਰਹੀ ਹਾਂ ਤਾਂ ਉਹਦਾ ਮਤਲਬ ਮੈਂ ਰਿਸਿਪਟ ਕਰ ਰਹੀ ਹਾਂ। ਤੇ ਅਗਰ ਉਸੇ ਸਮਾਨ ਨੂੰ ਮੈਂ ਕਿਸੇ ਨੂੰ ਦੇ ਰਹੀ ਹਾਂ, ਵੇਚ ਰਹੀ ਹਾਂ, ਤਾਂ ਉਹਨੂੰ ਆਪਾਂ ਕਵਾਂਗੇ ਇਸ਼ੂ ਕੀਤਾ ਕਿਸੇ ਨੂੰ। ਠੀਕ ਹੈ, ਉਹੀ ਚੀਜ਼ ਇੱਥੇ ਲਿਖੀ ਹੋਈ ਆ, ਆਰ ਤੇ ਆਈ ਦਾ ਮਤਲਬ ਕੀ ਹੈ। ਅੱਗੇ ਯੂਨਿਟ ਲਿਖਿਆ ਹੋਇਆ, ਯੂਨਿਟ ਤੁਹਾਨੂੰ ਵਧੀਆ ਤਰੀਕੇ ਨਾਲ ਪਤਾ ਕੀ ਚੀਜ਼ ਆ। ਅੱਗੇ ਟੈਕਸੇਬਲ ਅਮਾਉਂਟ ਲਿਖੀ ਹੋਈ ਆ ਵੀ ਇਹਦਾ ਟੋਟਲ ਅਮਾਉਂਟ ਕਿੰਨਾ ਬਣਦਾ, ਅਗਰ ਆਪਾਂ ਕੁਆਂਟੀਟੀ ਇੰਨੀ ਲੈ ਕੇ ਆ ਰਹੀ ਹਾਂ, ਇੱਕ ਦਾ ਰੇਟ ਇੰਨਾ ਵਾ ਤਾਂ ਟੋਟਲ ਅਮਾਉਂਟ ਕਿੰਨੀ ਬਣਨੀ ਆ, ਟੋਟਲ ਅਮਾਉਂਟ। ਠੀਕ ਹੈ, ਆ ਪ੍ਰੋਪਰ ਡਾਟਾ ਸਾਰਾ ਸਮਝ ਆਇਆ। ਇਹ ਜਿਹੜਾ ਐਗਜ਼ਾਮਪਲ ਸੀਗਾ ਇਹ ਸੀਗਾ ਡਾਟਾ ਟੇਬਲ ਦਾ ਐਗਜ਼ਾਮਪਲ। ਠੀਕ ਹੈ, ਹੁਣ ਡਾਟਾ ਟੇਬਲ ਤੇ ਆਪਾਂ ਕਮਾਂਡ ਅਪਲਾਈ ਕਰਕੇ ਦੇਖਦੇ ਹਾਂ। ਤਾਂ ਸਭ ਤੋਂ ਪਹਿਲੀ ਜਿਹੜੀ ਕਮਾਂਡ ਆ ਉਹ ਹੈਗੀ ਆ ਫਿਲਟਰ ਦੀ ਕਮਾਂਡ। ਠੀਕ ਹੈ, ਹੁਣ ਪਹਿਲਾਂ ਤਾਂ ਆਪਾਂ ਸਮਝ ਲੈਂਦੇ ਹਾਂ ਫਿਲਟਰ ਦਾ ਮਤਲਬ ਕੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਫਿਲਟਰ ਦਾ ਮਤਲਬ ਕੀ ਮਤਲਬ ਆ ਫਿਲਟਰ ਦਾ? ਨਹੀਂ, ਉਹ ਪਾਣੀ ਵਾਲੇ ਫਿਲਟਰ ਦੀ ਗੱਲ ਨਹੀਂ ਕਰ ਰਹੀ। ਠੀਕ ਹੈ, ਹੁਣ ਦੇਖੋ ਇੱਥੇ ਫਿਲਟਰ ਕਮਾਂਡ ਦਾ ਮਤਲਬ ਹੈਗਾ ਨਾ ਵੀ ਆਪਾਂ ਕੀ ਕਰਾਂਗੇ, ਮੇਰੇ ਕੋਲ ਜਿਹੜਾ ਵੀ ਡਾਟਾ ਪਿਆ ਉਹ ਮਿਕਸ ਡਾਟਾ ਪਿਆ, ਉਹਦੇ ਵਿੱਚ ਆਪਾਂ ਕੋਈ ਪਾਰਟਿਕੂਲਰ ਡਾਟਾ ਕੱਢ ਕੇ ਅਲੱਗ-ਅਲੱਗ ਰੱਖਾਂਗੇ ਤਾਂ ਉਹਨੂੰ ਆਪਾਂ ਕਹਿੰਦੇ ਆ ਫਿਲਟਰ ਕਮਾਂਡ। ਠੀਕ ਹੈ, ਤੇ ਦੇਖੋ ਜਿਹੜੀ ਫਿਲਟਰ ਕਮਾਂਡ ਆ ਉਹ ਆਪਾਂ ਨੂੰ ਹੋਮ ਟੈਬ ਤੇ ਵੀ ਮਿਲ ਜਾਂਦੀ ਆ। ਦੇਖੋ ਇਹਦੇ ਵਿੱਚ ਜਾਓਗੇ ਨਾ ਤਾਂ ਇੱਥੇ ਆਪਾਂ ਨੂੰ ਮਿਲ ਜਾਂਦੀ ਆ ਫਿਲਟਰ ਕਮਾਂਡ ਆ, ਦੇਖੋ ਆ ਗਈ ਫਿਲਟਰ ਕਮਾਂਡ। ਜਿਹੜੀ ਫਿਲਟਰ ਕਮਾਂਡ ਹੁੰਦੀ ਆ ਹਮੇਸ਼ਾ ਆਪਣੇ ਡਾਟਾ ਦੇ ਹੈਡਿੰਗ 'ਚ ਲੱਗਦੀ ਹੈ। ਜਿਵੇਂ ਅਗਰ ਮੇਰਾ ਆ ਡਾਟਾ ਪਿਆ ਹੈ, ਸਪੋਜ਼ ਇਸੇ ਡਾਟਾ ਨੂੰ ਮੈਂ ਕਾਪੀ ਕਰਵਾ ਕੇ ਇੱਧਰ ਪੇਸਟ ਕਰ ਲੈਂਦੀ ਹਾਂ। ਠੀਕ ਹੈ, ਆ ਇੱਥੇ ਮੈਂ ਪੇਸਟ ਕਰਵਾ ਲਿਆ, ਤਾਂ ਹੁਣ ਇੱਥੇ ਤਾਂ ਦੇਖੋ ਕੋਈ ਹੈਡਿੰਗ ਹੈ ਨਹੀਂ, ਤਾਂ ਇੱਥੇ ਫਿਲਟਰ ਕਮਾਂਡ ਲੱਗਣੀ ਨਹੀਂ ਹੈ। ਫਿਲਟਰ ਕਮਾਂਡ ਹਮੇਸ਼ਾ ਜਿੱਥੇ ਹੈਡਿੰਗ ਹੋਵੇ ਉੱਥੇ ਹੀ ਲੱਗਦੀ ਹੈ। ਠੀਕ ਹੈ, ਜਿਵੇਂ ਇੱਥੇ ਰੱਖ ਲਿਆ ਮੈਂ ਕਰਸਰ, ਲਗਾਣਾ ਹੋਵੇ ਫਿਲਟਰ ਤੇ ਜਾਓ, ਆ ਬਟਨ ਕਲਿੱਕ ਕਰਵਾਓਗੇ, ਦੇਖੋ ਉੱਪਰ ਟੌਪ ਤੇ ਫਿਲਟਰ ਲੱਗ ਗਿਆ। ਆ ਜਿਹੜਾ ਰੈਕਟੈਂਗਲ ਟਾਈਪ ਆਪਾਂ ਨੂੰ ਦਿਖ ਰਿਹਾ ਨਾ, ਆ ਫਿਲਟਰ ਕਮਾਂਡ ਲੱਗੀ ਹੋਈ ਹੈ। ਹਟਾਣਾ ਹੋਵੇ ਫਿਲਟਰ ਕਮਾਂਡ, ਫਿਰ ਇਹਨੂੰ ਕਲਿੱਕ ਕਰਵਾ ਕੇ ਕਲਿੱਕ ਕਰਵਾ ਦੋਗੇ, ਹਟ ਜਾਊਗੀ। ਜਿੱਦਾਂ ਆਪਾਂ ਲਗਾਇਆ ਉੱਦਾਂ ਆਪਾਂ ਹਟਾ ਵੀ ਸਕਦੇ ਹਾਂ। ਇਹੀ ਸੇਮ ਫਿਲਟਰ ਕਮਾਂਡ ਤੁਸੀਂ ਡਾਟਾ ਟੈਬ ਦੇ ਵਿੱਚ ਜਾਓਗੇ ਤਾਂ ਦੇਖੋ ਇੱਥੇ ਵੀ ਮਿਲ ਜਾਂਦੀ ਹੈ, ਕਲਿੱਕ ਕਰਵਾਓਗੇ, ਦੇਖੋ ਲੱਗ ਗਿਆ। ਠੀਕ ਹੈ, ਹੁਣ ਇਸ ਫਿਲਟਰ ਕਮਾਂਡ ਨੂੰ ਆਪਾਂ ਨੇ ਯੂਜ਼ ਕਿੱਦਾਂ ਕਰਨਾ ਆਪਾਂ ਸਮਝਦੇ ਹਾਂ। ਸਪੋਜ਼ ਕਰ ਲਓ ਮੈਨੂੰ ਇੱਥੇ ਨਾ ਸਾਰੇ ਡਿਟੇਲ ਨੇ ਦੇਖਣੇ, ਓਨਲੀ ਪਰਚੇਜ਼ ਵਾਲੀ ਡਿਟੇਲ ਦੇਖਣੀ ਹੈ। ਇੱਥੇ ਮੇਰੇ ਕੋਲ ਤਾਂ ਸਾਰਾ ਡਾਟਾ ਪਿਆ, ਮਿਕਸ ਡਾਟਾ ਪਿਆ, ਪਰਚੇਜ਼ ਕੈਸ਼ ਵੀ, ਸੇਲ ਕੈਸ਼ ਵੀ, ਪਰਚੇਜ਼ ਵੀ ਤੇ ਸੇਲ ਵੀ। ਮੈਨੂੰ ਓਨਲੀ ਪਰਚੇਜ਼ ਵਾਲੀ ਡਿਟੇਲ ਦੇਖਣੀ ਹੈ, ਪਰਚੇਜ਼ ਟੋਟਲ ਕਿੰਨੇ ਨੇ। ਹਲੇ ਮੈਂ ਅਗਰ ਇਹਨਾਂ ਨੂੰ ਕਾਊਂਟ ਕਰਦੀ ਹਾਂ, ਮੈਂ ਕੰਟਰੋਲ ਸ਼ਿਫਟ ਦੇ ਨਾਲ ਡਾਊਨ ਐਰੋ ਕੀਜ਼ ਕੀਤੇ ਤਾਂ ਦੇਖੋ ਟੋਟਲ ਰਿਕਾਰਡ ਕਿੰਨੇ ਆ, 1265 ਰਿਕਾਰਡ। ਠੀਕ ਹੈ, ਬਟ ਮੈਨੂੰ ਓਨਲੀ ਪਰਚੇਜ਼ ਵਾਲੀ ਡਿਟੇਲ ਤੋਂ ਮਤਲਬ ਆ, ਤਾਂ ਆਪਾਂ ਕੀ ਕਰਾਂਗੇ, ਫਿਲਟਰ ਕਮਾਂਡ ਲੱਗੀ ਹੋਈ ਆ, ਆਹ ਵਾਲੇ ਬਟਨ ਨੂੰ ਕਲਿੱਕ ਕਰੋ। ਜਦੋਂ ਆ ਬਟਨ ਨੂੰ ਕਲਿੱਕ ਕਰਵਾਉਂਦੇ ਆ ਨਾ ਤਾਂ ਆ ਇੱਥੇ ਦੇਖੋਗੇ ਉਹੀ ਸਾਰਾ ਕੁਝ ਦਿਖ ਜਾਂਦਾ, ਪਰਚੇਜ਼, ਪਰਚੇਜ਼ ਕੈਸ਼, ਸੇਲ, ਉਸ ਤੋਂ ਬਾਅਦ ਸੇਲ ਕੈਸ਼ ਤੇ ਥੱਲੇ ਆਪਾਂ ਨੂੰ ਦਿਖ ਜਾਂਦਾ। ਤਾਂ ਮੈਂ ਕੀ ਕਰਵਾਇਆ, ਮੈਨੂੰ ਤਾਂ ਓਨਲੀ ਪਰਚੇਜ਼ ਤੋਂ ਮਤਲਬ ਆ, ਤਾਂ ਦੇਖੋ ਇੱਥੇ ਲਿਖਿਆ ਸਿਲੈਕਟ ਆਲ, ਨਾਲੇ ਟਿਕ ਵੀ ਕੀਤਾ, ਮੈਂ ਇਹਨੂੰ ਅਨਟਿਕ ਕਰਵਾ ਕੇ ਪਰਚੇਜ਼ ਵਾਲੇ ਨੂੰ ਟਿਕ ਕਰ ਲਿਆ। ਜੋ ਚੀਜ਼ ਆਪਾਂ ਇੱਥੇ ਟਿਕ ਕਰਦੇ ਹਾਂ ਉਹੀ ਰਿਕਾਰਡ ਆਪਾਂ ਨੂੰ ਦਿਖਣ ਲੱਗ ਜਾਂਦਾ, ਬਾਕੀ ਸਾਰੇ ਹਾਈਡ ਹੋ ਜਾਂਦੇ ਆ। ਹੁਣ ਮੈਂ ਪਰਚੇਜ਼ ਨੂੰ ਟਿਕ ਕਰਵਾ ਕੇ ਜਦੋਂ ਓਕੇ ਕਰਵਾਇਆ ਤਾਂ ਦੇਖੋ ਓਨਲੀ ਪਰਚੇਜ਼ ਵਾਲੀ ਡਿਟੇਲ ਆਪਾਂ ਨੂੰ ਦਿਖਣ ਲੱਗ ਗਈ। ਹੁਣ ਓਨਲੀ ਇੱਥੇ ਪਰਚੇਜ਼ ਵਾਲੀ ਡਿਟੇਲ ਦਿਖਣੀ, ਦੇਖ ਸਕਦੇ ਹਾਂ ਟੋਟਲ ਕਿੰਨੀ ਹੈ। ਜਦੋਂ ਮੈਂ ਇਹਨੂੰ ਸਿਲੈਕਟ ਕਰਵਾਇਆ ਤਾਂ ਦੇਖੋ ਇੱਥੇ ਦਿਖਾਈ ਦੇ ਰਿਹਾ 321 ਰਿਕਾਰਡ। ਇਹ ਤਾਂ ਇਹਨੇ ਵਿੱਚੋਂ ਵਿੱਚੋਂ ਚੱਕੀ ਹੋਈ ਹੈ, ਜਿਵੇਂ ਦੇਖ ਸਕਦੇ ਹੋ ਵਿੱਚੋਂ ਵਿੱਚੋਂ ਚੱਕੀ ਹੋਈ ਹੈ ਡਿਟੇਲ। ਠੀਕ ਹੈ, ਇਹ ਪਹਿਲੀ ਕੰਡੀਸ਼ਨ। ਹੁਣ ਸਪੋਜ਼ ਕਰ ਲਓ ਵੀ ਮੈਨੂੰ ਪਰਚੇਜ਼ ਦੇ ਵਿੱਚ ਉਹੀ ਰਿਕਾਰਡ ਦੇਖਣੇ ਆ ਜਿਹੜੇ ਕੇਜੀ ਦੇ ਵਿੱਚ ਸਮਾਨ ਆ, ਸਾਰੇ ਨਹੀਂ ਦੇਖਣੇ। ਹੁਣ ਜਿਵੇਂ ਇੱਥੇ ਦੇਖੋਗੇ ਕੇਜੀ ਵਾਲੇ ਵੀ ਆ, ਕੇਸ ਵਾਲੇ ਵੀ ਆ, ਪੈਕੇਟ ਵਾਲੇ ਵੀ ਆ, ਪੀਸ ਵਾਲੇ ਵੀ ਆ। ਮੈਨੂੰ ਓਨਲੀ ਕੀ ਕਰਨਾ, ਕੇਜੀ ਵਾਲੇ ਸਮਾਨ ਦੇਖਣੇ ਆ, ਜਿਹੜੇ ਮੈਂ ਪਰਚੇਜ਼ ਕੀਤੇ ਹੋਏ ਆ ਕੇਜੀ ਵਾਲੇ ਸਮਾਨ। ਤਾਂ ਫਿਰ ਆਪਾਂ ਯੂਨਿਟ ਆਫ ਤੇ ਜਾ ਕੇ ਆ ਬਟਨ ਨੂੰ ਕਲਿੱਕ ਕਰਵਾਵਾਂਗੇ, ਦੇਖੋ ਇਹਦੇ ਵਿੱਚ ਵੀ ਸਾਰਾ ਕੁਝ ਸਿਲੈਕਟ ਕੀਤਾ ਹੋਇਆ। ਠੀਕ ਹੈ, ਇਹਨੂੰ ਜਦੋਂ ਕਲਿੱਕ ਕਰੋਗੇ ਤਾਂ ਦੇਖੋ ਸਾਰਾ ਕੁਝ ਸਿਲੈਕਟ ਕੀਤਾ ਹੋਇਆ। ਹੁਣ ਮੈਨੂੰ ਓਨਲੀ ਕੇਜੀ ਵਾਲੇ ਦੇਖਣੇ ਆ ਤਾਂ ਇਹਨੂੰ ਅਨਸਿਲੈਕਟ ਮਾਰੋ, ਥੱਲੇ ਆਪਾਂ ਕੇਜੀ ਲੱਭਾਂਗੇ, ਆ ਗਿਆ ਕੇਜੀ। ਜਦੋਂ ਕੇਜੀ ਆ ਗਿਆ ਇਹਨੂੰ ਟਿਕ ਕਰਵਾ ਦਿਓ, ਓਕੇ ਕਰਵਾ ਦਿਓ, ਤਾਂ ਓਨਲੀ ਕੇਜੀ ਵਾਲੇ ਰਿਕਾਰਡ ਦਿਖਣ ਲੱਗ ਗਏ। ਦੇਖ ਸਕਦੇ ਹੋ ਪਰਚੇਜ਼ ਦੇ ਵਿੱਚ ਓਨਲੀ ਕੇਜੀ ਵਾਲੇ ਰਿਕਾਰਡ, ਬਾਕੀ ਜਿੰਨਾ ਵੀ ਡਾਟਾ ਸੀ ਉਹ ਹਾਈਡ ਕਰ ਲਿਆ ਨੇ ਥੋੜੀ ਦੇਰ ਲਈ। ਜਦੋਂ ਆਪਾਂ ਫਿਲਟਰ ਕਮਾਂਡ ਦਾ ਯੂਜ਼ ਕਰ ਲੈਂਦੇ ਹਾਂ ਤਾਂ ਬਾਕੀ ਜਿਹੜਾ ਇਸ ਤੋਂ ਇਲਾਵਾ ਡਾਟਾ ਸੀ ਉਹ ਹਾਈਡ ਹੋ ਗਿਆ। ਹੁਣ ਸਪੋਜ਼ ਇੱਕ ਫਿਲਟਰ ਹੋਰ ਲਗਾਣੀ ਹੋਵੇ, ਪਹਿਲੀ ਕੰਡੀਸ਼ਨ ਤਾਂ ਇਹ ਹੋ ਗਈ ਪਰਚੇਜ਼ ਵਾਲੇ ਰਿਕਾਰਡ ਦਿਖਣ, ਦੂਜਾ ਹੋ ਗਿਆ
केजी वाले दिखन। तीजा हो गया कि जिन्ना दी जीएसटी स्लैब आईडी 0 हो वही मैनू दिखन। तो फिर आप जीएसटी स्लैब आईडी ते जावांगे, क्लिक करवा लो, ऑफ करवा लो, 0 ਨੂੰ टिक कर दो, ओके करवा लो। आ सारे 0 वाले दिखन लग गए। परचेज ਦੇ ਵਿੱਚ केजी वाले समान ਜਿਹੜੇ 0 ਦੇ ਵਿੱਚ ਤੇ अगर ਇਹਨਾਂ ਦਾ ਆਪਾਂ ਕੰਟਰੋਲ F2 ਨਾਲ ਪ੍ਰਿੰਟ ਕੱਢਦੇ ਆ ਤਾਂ ਇੰਨੇ ਹੀ ਰਿਕਾਰਡ ਦਾ ਪ੍ਰਿੰਟ ਆਣਾ। ਠੀਕ ਹੈ। ਹੁਣ ਅਗਰ ਮੈਨੂੰ ਜਿੰਨੀ ਵੀ ਫਿਲਟਰ ਕਮਾਂਡ ਲਗਾਈ ਆ ਕਲੀਅਰ ਕਰਨੀ ਆ ਫਿਲਟਰ ਕਮਾਂਡ ਤਾਂ ਸਿਲੈਕਟ ਕਰਵਾਓ, ਆ ਸਾਰੇ ਨੂੰ ਸਿਲੈਕਟ ਕਰਵਾ ਕੇ ਓਕੇ ਕਰਵਾ ਲਓ। ਫਿਰ ਇਹਨੂੰ ਕਲਿੱਕ ਕਰਵਾ ਕੇ ਸਾਰੇ ਨੂੰ ਸਿਲੈਕਟ ਕਰਵਾ ਕੇ ਓਕੇ ਕਰਵਾ ਲਓ। ਫਿਰ ਕਲਿੱਕ ਕਰਵਾਓ, ਫਿਰ ਸਾਰੇ ਨੂੰ ਸਿਲੈਕਟ ਕਰਵਾ ਕੇ ਓਕੇ ਕਰਵਾ ਲਓ। ਸਾਰੇ ਰਿਕਾਰਡ ਠੀਕ ਹੈ। ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਇੱਥੋਂ ਹੀ ਸਟਾਰਟ ਕਰਨਾ, ਚਾਹੇ ਜਿੱਦਾਂ ਮਰਜ਼ੀ ਲਗਾ ਸਕਦੇ ਹੋ। ਅਗਰ ਕਿਸੇ ਨੇ ਮੈਨੂੰ ਕਹਿਤਾ 28% ਵਾਲੇ ਜਿੰਨੇ ਵੀ ਸਮਾਨ ਆ ਉਹ ਮੈਨੂੰ ਦਿਖਾ ਦਿਓ, ਚਾਹੇ ਫਿਰ ਉਹ ਸੇਲ ਕੀਤੇ ਹੋਣ ਚਾਹੇ ਪਰਚੇਜ਼ ਕੀਤੇ ਹੋਣ। ਤਾਂ ਆਪਾਂ ਨੂੰ ਪਤਾ ਜਿਹੜੀ GST 28% ਆਪਾਂ ਨੂੰ GST ਸਲੈਬ ID ਵਾਲੇ ਹੈਡਿੰਗ ਤੋਂ ਹੀ ਮਿਲਦੀ। ਤਾਂ ਆਪਾਂ ਇਹਨੂੰ ਕਲਿੱਕ ਕਰਵਾਵਾਂਗੇ, ਆਈ ਨੂੰ ਅਨਸਿਲੈਕਟ ਕਰਵਾਵਾਂਗੇ, ਥੱਲੇ ਜਾਓਗੇ ਤਾਂ 28% ਵਾਲੇ ਦਿਖ ਜਾਣਗੇ। 28% ਕਲਿੱਕ ਕਰਵਾਓ, ਓਕੇ ਕਰਵਾ ਲਓ ਤਾਂ ਸਾਰੇ 28% ਵਾਲੇ ਦਿਖਣ ਲੱਗ ਗਏ। ਓਨਲੀ 28% ਵਾਲੇ ਹੀ ਦਿਖਣਗੇ। ਠੀਕ ਹੈ। ਇੱਕ ਦੋ ਕੰਡੀਸ਼ਨ ਹੋਰ ਹੋਵੇ ਤਾਂ ਹੋਰ ਕੰਡੀਸ਼ਨ ਆਪਾਂ ਲਗਾ ਸਕਦੇ ਹਾਂ। ਹੁਣ ਕੰਡੀਸ਼ਨ ਦਾ ਮਤਲਬ ਜਿਹੜਾ ਆਪਾਂ ਇੱਥੋਂ ਫਿਲਟਰ ਲਗਾ ਰਹੇ ਹਾਂ। ਹੁਣ ਸਪੋਜ਼ ਦੇਖੋਗੇ ਇੱਥੇ ਸਾਰੇ ਕੇਸ ਵਾਲੇ ਸਮਾਨ, ਜਿਹੜਾ ਕੇਸ ਦਾ ਸਮਾਨ ਆ ਉਹਨਾਂ ਸਾਰਿਆਂ ਦੀ ਜਿਹੜੀ GST ਆ 28%। ठीक है। ਹੁਣ अगर मैनू हटाना होवे फिल्टर तक क्लिक करवाओ, फिर ऑल सिलेक्ट करवाओ, ओके करवाओ, सिलेक्ट हो। इन्नी चीज़ समझ आई। अच्छा सपोज कर लो मैनू उही समान देखने है जेडे रिसिप्ट किते हुए, तो फिर आप की करांगे, रिसिप्ट वाले कॉलम से जाके लगा देवांगे। आ रिसिप्ट वाले कॉलम में क्लिक करवावांगे, इथों ऑन सिलेक्ट, आ रिसिप्ट में टिक करवाओ, ओके करवाओ, ओनली रिसिप्ट वाले देखने देखो सारे। ठीक है। तो फिल्टर लगाना पता लग गया। आगे क्लिक करवाओ, मैं फिल्टर क्लियर करवाता, फिल्टर क्लियर। ठीक है। अगे सपोज कर लो भी मैनू वो समान देखने आ जिन्ना दी अमाउंट 5000 के बराबर है या 5000 तो लेके 10000 के बराबर है। ਹੁਣ ਜਿਵੇਂ ਇੱਥੇ ਦੇਖਿਆ ਜਾਵੇ ਤਾਂ 20000 ਆ, ਇਹ ਦੇਖੋਗੇ 3000 5000 ਦੇਖੋਗੇ ਤਾਂ ਸਾਰੇ ਇਹਦੇ ਵਿੱਚ ਸਾਰੀ ਅਮਾਉਂਟ ਆ। ਮੈਨੂੰ ਉਹੀ ਸਮਾਨ ਦਿਖਾਵੇ ਕੰਪਿਊਟਰ ਜਿਨ੍ਹਾਂ ਦੀ ਅਮਾਉਂਟ 5000 ਤੋਂ ਲੈ ਕੇ 10000 ਦੇ ਵਿਚਾਲੇ ਵਿਚਾਲੇ ਆ। ਨਾ 5000 ਤੋਂ ਛੋਟੀ ਦਿਖਾਵੇ ਨਾ 10000 ਤੋਂ ਵੱਡੀ ਦਿਖਾਵੇ, ਉਹਨਾਂ ਦੇ ਵਿੱਚ ਵਿੱਚ ਹੀ ਦਿਖਾਵੇ। ਤਾਂ ਫਿਰ ਆਪਾਂ ਕੀ ਕਰਾਂਗੇ, ਆਪਾਂ ਨੂੰ ਪਤਾ ਹੈ ਅਮਾਉਂਟ ਇੱਥੋਂ ਹੀ ਆਪਾਂ ਨੂੰ ਮਿਲਣੀ ਹੈ। ਤਾਂ ਫਿਰ ਇਹਦੇ ਬਟਨ ਤੇ ਕਲਿੱਕ ਕਰਾਂਗੇ। ਜਦੋਂ ਇਹਦੇ ਬਟਨ ਤੇ ਕਲਿੱਕ ਕਰਾਂਗੇ ਤਾਂ ਇੱਥੇ ਦੇਖੋਗੇ ਤਾਂ ਕਾਫੀ ਸਾਰੇ ਚੀਜ਼ ਆ। ਇੱਥੇ ਇੱਕ ਇੱਕ ਨੂੰ ਸਿਲੈਕਟ ਕਰਵਾਉਣਾ ਔਖਾ ਵਾ, ਕਿਹਨੂੰ ਕਿਹਨੂੰ ਆਪਾਂ ਸਿਲੈਕਟ ਕਰਾਂਗੇ, ਕਿਹਨੂੰ ਕਿਹਨੂੰ ਅਨਸਿਲੈਕਟ ਮਾਰਾਂਗੇ, ਬਹੁਤ ਟਾਈਮ ਲੱਗ ਜਾਣਾ। ਤਾਂ ਇਹਦੇ ਲਈ ਆ ਦੇਖੋ ਇੱਥੇ ਲਿਖਿਆ ਹੋਇਆ ਨੰਬਰ ਫਿਲਟਰ, ਦਿਖ ਰਿਹਾ ਨੰਬਰ ਫਿਲਟਰ। ਜਦੋਂ ਮੈਂ ਨੰਬਰ ਫਿਲਟਰ ਤੇ ਕਰਸਰ ਰੱਖ ਰਹੀ ਹਾਂ ਦੇਖੋ ਇੱਕ ਡਾਇਲੌਗ ਬਾਕਸ ਓਪਨ ਹੋ ਜਾਂਦਾ ਸਾਈਡ ਦੇ ਵਿੱਚ। ਜਦੋਂ ਇਹ ਓਪਨ ਹੁੰਦਾ ਤਾਂ ਇੱਥੇ ਦੇਖੋ ਲਿਖਿਆ ਹੋਇਆ ਇਕੁਅਲ ਟੂ, ਨॉट ਇਕੁਅਲ ਟੂ, ਠੀਕ ਹੈ, ਗ੍ਰੇਟਰ ਦੈਨ, ਲੈਸ ਦੈਨ, ਠੀਕ ਹੈ। ਬੀਟਵੀਨ ਦਾ ਵੀ ਆਪਾਂ ਨੂੰ ਮਿਲ ਗਿਆ। ਹੁਣ ਆਪਾਂ ਨੂੰ ਬੀਟਵੀਨ ਹੀ ਕਰਨਾ ਸੀ 5000 ਤੋਂ ਲੈ ਕੇ 10000 ਦੇ ਵਿਚਾਲੇ ਵਿਚਾਲੇ। ਇਹਨੂੰ ਕਲਿੱਕ ਕਰਵਾ ਦਿਓ। ਜਦੋਂ ਇਹਨੂੰ ਕਲਿੱਕ ਕਰਵਾਓਗੇ ਦੇਖੋ ਇੱਕ ਡਾਇਲੌਗ ਬਾਕਸ ਓਪਨ ਹੁੰਦਾ। ਹੁਣ ਇਹਦੇ ਵਿੱਚ ਪੁੱਛਦਾ ਕਿੰਨੇ ਤੋਂ ਲੈ ਕੇ ਕਿੰਨੇ ਤੱਕ, ਮੈਂ ਇੱਥੇ कहता 5000 ਤੋਂ ਲੈ ਕੇ किन्ने तक सीगा 10000, 10000 तक कह के ओके करवा लो। तो वही रिकॉर्ड दिखने जेडे 5000 तो लेके 10000 के विचाले विचाले, उस तो ना छोटे दिखने ना उस तो बड़े दिखने। ठीक है। टोटल देखोगे तो गिनती कितनी है देखो, एदा आप सम भी करवा पा रहे हैं, काउंट भी करवा पा रहे हैं तो एवरेज भी करवा पा रहे हैं। क्लीयर है सारियां गल। ਹੁਣ ਸਪੋਜ਼ ਕਰ ਲਓ ਮੈਨੂੰ ਉਹ ਰਿਕਾਰਡ ਦਿਖਣੇ ਆ ਜਿਨ੍ਹਾਂ ਦੀ ਅਮਾਉਂਟ 40000 ਤੋਂ ਵੱਡੀ ਆ, ਜਿਹੜੇ 40000 ਤੋਂ ਵੱਡੀ ਅਮਾਉਂਟ ਵਾਲੇ ਸਮਾਨ ਮੈਨੂੰ ਦੇਖਣੇ ਆ। ਤਾਂ ਆਪਾਂ ਕੀ ਕਰਾਂਗੇ, ਫਿਰ ਇਹਨੂੰ ਕਲਿੱਕ ਕਰਵਾਵਾਂਗੇ, ਆ ਨੰਬਰ ਫਿਲਟਰ ਤੇ ਜਾਵਾਂਗੇ, ਇਥੋਂ ਆਪਾਂ ਚੂਜ਼ ਕਰਾਂਗੇ ਗ੍ਰੇਟਰ ਦੈਨ। ਜਦੋਂ ਗ੍ਰੇਟਰ ਦੈਨ ਨੂੰ ਚੂਜ਼ ਕਰਾਂਗੇ ਫਿਰ ਡਾਇਲੌਗ ਬਾਕਸ ਓਪਨ ਹੋਇਆ। ਹੁਣ ਇੱਥੇ ਕਹਿੰਦਾ ਕਿੰਨੇ ਤੋਂ ਲੈ ਕੇ ਕਿੰਨੇ ਤੱਕ, ਮੈਂ ਇੱਥੇ ਕਹਿਤਾ ਜਿਹੜੇ 40000 ਤੋਂ ਵੱਡੇ ਆ, 40000 ਲਿਖਤਾ। उस तो बाद ओके करवा लिया तो 40000 तो बड़े वाले दिखने लग गए। गल समझ लग रही है। फिल्टर हटाना क्लिक करवा लो, आई नू ऑफ करवा लो या इन्ना सारे नू सिलेक्ट करवा के ओके करवा लोगे तो फिर फिल्टर कमांड आ जाएगी। वो भी लगी
एंड ते और का मतलब हैगा एंड का मतलब हैगा कंपलसरी ते और का मतलब हैगा ऑप्शनल। ठीक है, हम कंपलसरी ते ऑप्शनल का मतलब की है, जिवें सपोज कर लो मैं दो कंडीशन दी है, दो कंडीशन का मतलब ग्रेटर दैन भी होवे ते मैं कहता भी ਜਿਹੜੇ 50 ਤੋਂ ਗ੍ਰੇਟਰ ਦੈਨ ਹੋਣ ਨਾਲੇ ਜਿਹੜੇ 60 ਤੋਂ ਛੋਟੇ ਹੋਣ, ਇਦਾਂ ਦੀ ਮੈਂ ਕੁਝ ਕੰਡੀਸ਼ਨ ਦੇਤੀ, ਡਬਲ ਕੰਡੀਸ਼ਨ ਦੇਤੀ। ਤਾਂ ਹੁਣ ਡਬਲ ਅਗਰ ਆਪਾਂ ਐਂਡ ਕਰਦੇ ਹਾਂ ਤਾਂ ਐਂਡ ਦਾ ਮਤਲਬ ਦੋਨੋਂ ਕੰਡੀਸ਼ਨ ਹੋਣੀ ਹੀ ਚਾਹੀਦੀ ਆ ਤਾਂ ਹੀ ਫਿਰ ਫੋਲੋ ਕਰੇ। ਤੇ ਅਗਰ ਮੈਂ ਔਰ ਕਹਿ ਦਿੰਨੀ ਆ ਤਾਂ ਜਾਂ ਤਾਂ 40% ਤੋਂ ਵੱਡੇ ਹੋਣ ਜਾਂ ਤਾਂ 60% ਤੋਂ ਛੋਟੇ ਹੋਣ, ਇਦਾਂ ਦਾ ਕੁਝ ਫਰਕ ਪੈਂਦਾ। ਠੀਕ ਹੈ, ਬਾਕੀ ਐਂਡ ਤੇ ਔਰ ਬਾਰੇ ਹੋਰ ਡੀਪਲੀ ਅੱਗੇ ਆਪਾਂ ਫੰਕਸ਼ਨ ਦੇ ਵਿੱਚ ਸਮਝ ਲਵਾਂਗੇ। ਠੀਕ ਹੈ, ਜਿਵੇਂ ਤੁਹਾਨੂੰ ਇੱਕ ਦੂਜੇ ਐਗਜ਼ਾਮਪਲ ਤੋਂ ਮੈਂ ਸਮਝਾ ਸਕਦੀ ਹਾਂ। ਜਿਵੇਂ ਸਪੋਜ਼ ਕਰ ਲਓ ਇੱਕ ਕਲਾਸ ਆ, ਉਹ ਕਲਾਸ ਦੇ ਵਿੱਚ ਸਟੂਡੈਂਟ ਦੇ ਨੇਮ ਲਿਖੇ ਹੋਏ ਆ, ਉਹਨਾਂ ਦੀ ਫੀਸ ਲਿਖੀ ਹੋਈ ਆ, ਜਿਨ੍ਹਾਂ ਦੀ ਫੀਸ ਆਈ ਹੋਈ ਆ ਉਹਨਾਂ ਲਈ ਲਿਖਿਆ ਹੋਇਆ ਯੈਸ, ਤੇ ਜਿਨ੍ਹਾਂ ਦੀ ਫੀਸ ਨਹੀਂ ਆਈ ਹੋਈ ਉਹਨਾਂ ਲਈ ਲਿਖਿਆ ਹੋਇਆ ਨੋ। ਠੀਕ ਹੈ, ਤੇ ਉਹਨਾਂ ਦਾ ਪਾਸ ਐਂਡ ਫੇਲ ਵੀ ਲਿਖਿਆ ਹੋਇਆ, ਮਤਲਬ ਪਰਸੈਂਟੇਜ ਦੇ ਅਕੋਰਡਿੰਗ ਉਹਨਾਂ ਦੇ ਸਾਹਮਣੇ ਲਿਖਿਆ ਹੋਇਆ ਵੀ ਆ ਬੱਚਾ ਪਾਸ ਆ ਤੇ ਆ ਬੱਚਾ ਫੇਲ। ਠੀਕ ਹੈ, ਹੁਣ ਅਗਰ ਆਪਾਂ ਐਂਡ ਲਗਾਉਂਦੇ ਆ ਤਾਂ ਸਾਰਿਆਂ ਬੱਚਿਆਂ ਨੂੰ ਕੀ ਕਰਨਾ ਵਾ, ਅਗਲੀ ਕਲਾਸ ਦੇ ਵਿੱਚ ਪ੍ਰਮੋਟ ਕਰਨਾ। ਉਹੀ ਬੱਚੇ ਅਗਲੀ ਕਲਾਸ ਦੇ ਵਿੱਚ ਜਾਣਗੇ ਜਿਨ੍ਹਾਂ ਦੀ ਫੀਸ ਵੀ ਆਈ ਹੋਈ ਆ ਨਾਲੇ ਉਹ ਪਾਸ ਵੀ ਨੇ, ਤਾਂ ਇਹ ਐਂਡ ਦੀ ਗੱਲ ਹੋਈ। ਠੀਕ ਹੈ, ਤੇ ਅਗਰ ਆਪਾਂ ਔਰ ਦੀ ਗੱਲ ਕਰੀਏ ਤਾਂ ਔਰ ਦੇ ਵਿੱਚ ਆਪਸ਼ਨਲ ਆ, ਜਾਂ ਤਾਂ ਉਹਦੀ ਫੀਸ ਆਈ ਹੋਵੇ ਜਾਂ ਤਾਂ ਉਹ ਪਾਸ ਹੋਵੇ, ਤਾਂ ਵੀ ਉਹ ਅਗਲੀ ਕਲਾਸ ਦੇ ਵਿੱਚ ਜਾ ਸਕਦਾ। ਤਾਂ ਇਸ ਤਰੀਕੇ ਨਾਲ ਆਪਾਂ ਐਂਡ ਤੇ ਔਰ ਦਾ ਯੂਜ਼ ਕਰ ਸਕਦੇ ਹਾਂ। ਠੀਕ ਹੈ, ਐਂਡ ਦਾ ਮਤਲਬ ਕੰਪਲਸਰੀ ਸਮਝ ਲਓ, ਔਰ ਦਾ ਮਤਲਬ ਆਪਸ਼ਨਲ ਸਮਝ ਲਓ। ਠੀਕ ਹੈ ਜੀ, ਜਿਵੇਂ ਆਪਾਂ ਹੁਣ ਇੱਥੇ ਫਿਲਟਰ ਆਪਾਂ ਨੂੰ ਆਫ ਕਰਨਾ ਪੈਂਦਾ ਹੈ, ਕੋਈ ਸ਼ਾਰਟਕਟ ਕੀ ਨਹੀਂ ਹੈ? ਨਹੀਂ, ਕੋਈ ਸ਼ਾਰਟਕਟ ਕੀ ਨਹੀਂ ਹੈਗੀ, ਜਾਂ ਤਾਂ ਫਿਰ ਇਦਾਂ ਯੂਜ਼ ਕਰ ਸਕਦੇ ਹੋ ਵੀ ਜਿਵੇਂ ਮੈਂ ਇੱਥੇ ਕੋਈ ਫਿਲਟਰ ਕਮਾਂਡ ਅਪਲਾਈ ਕਰਤਾ, ਜਿਵੇਂ ਲੈਸ ਦੈਨ ਮੈਂ ਅਪਲਾਈ ਕਰਤਾ, ਮੈਂ ਕਹਤਾ ਜਿਹੜੇ 50,000 ਤੋਂ ਲੈਸ ਦੈਨ। ਠੀਕ ਹੈ, ਹੁਣ ਇੱਥੇ ਮੈਂ ਫਿਲਟਰ ਅਪਲਾਈ ਕਰਤਾ, ਇੱਥੇ ਵੀ ਮੈਂ ਫਿਲਟਰ ਅਪਲਾਈ ਕਰ ਦਿੰਦੀ ਹਾਂ। ਹੁਣ ਇਹਨਾਂ ਦੋਨਾਂ ਨੂੰ ਨਾਲ ਦੇ ਨਾਲ ਕਲੀਅਰ ਕਰਨਾ ਤਾਂ ਵਾਲੀ ਬਟਨ ਕਲਿੱਕ ਕਰਵਾ ਦਿਓ, ਸਿੱਧਾ ਕਲੀਅਰ ਕਰ ਦਿੰਦਾ। ਜਿਵੇਂ ਮੰਨ ਲਓ ਆਪਾਂ ਕਾਫੀ ਸਾਰੇ ਇੱਥੇ ਯੂਜ਼ ਕੀਤੀਆਂ ਹੋਈਆਂ ਨੇ, ਫਿਲਟਰ ਯੂਜ਼ ਕੀਤੇ ਹੋਏ ਨੇ, ਤੇ ਸਾਰੇ ਯਾਨੀ ਕਿ ਇੱਕ ਵਾਰ ਚ ਹੋ ਜਾਂਦੇ? ਹਾਂ, ਸਾਰੇ ਇੱਕ ਵਾਰ ਚ ਹੋ ਜਾਂਦੇ, ਬਟ ਅਗਰ ਕੱਲਾ ਕੱਲਾ ਕਰਵਾਉਣਾ ਤਾਂ ਫਿਰ ਆਪਾਂ ਨੂੰ ਆਪ ਮੈਨੂਅਲੀ ਜਾ ਕੇ ਕਰਵਾਉਣਾ ਪਏਗਾ। ਠੀਕ ਹੈ, ਮੈਨੂਅਲੀ ਦਾ ਮਤਲਬ ਜਿਵੇਂ ਮੈਂ ਚਾਹੁੰਦੀ ਸੀ ਆਹ ਵਾਲਾ ਫਿਲਟਰ ਹਟ ਜਾਵੇ, ਆਹ ਵਾਲਾ ਫਿਲਟਰ ਨਾ ਹਟੇ, ਤਾਂ ਫਿਰ ਇਹਦੇ ਬਟਨ ਤੇ ਆਪਾਂ ਕਲਿੱਕ ਕਰਕੇ ਆਪਾਂ ਜਾ ਕੇ ਫਿਰ ਉੱਥੇ ਹਟਾਉਣਾ। ਫਿਰ ਕਲਿੱਕ ਕਰਦੇ ਹਾਂ, ਅੱਗੇ ਇੱਥੇ ਵੀ ਸੇਮ ਟੂ ਸੇਮ ਉਦਾਂ ਹੀ ਨੰਬਰ ਫਿਲਟਰ ਲਗਾਉਣਾ ਹੋਵੇ, ਗ੍ਰੇਟਰ ਦੈਨ ਲੈਸ ਦੈਨ, ਕਿਉਂਕਿ ਆ ਨੰਬਰ ਆ, ਜਿੱਥੇ ਆਪਣੇ ਨੰਬਰ ਹੋਣਗੇ ਉੱਥੇ ਆਪਾਂ ਗ੍ਰੇਟਰ ਦੈਨ ਲੈਸ ਦੈਨ ਦਾ ਯੂਜ਼ ਕਰ ਸਕਦੇ ਹਾਂ, ਐਂਡ ਤੇ ਔਰ ਦਾ ਵੀ ਯੂਜ਼ ਕਰ ਸਕਦੇ ਹਾਂ। ਤੇ ਜਿੱਥੇ ਆਪਣੇ ਨੰਬਰ ਨਹੀਂ ਹੋਣਗੇ ਇੱਥੇ ਤਾਂ ਫਿਰ ਆਪਾਂ ਨੂੰ ਚੂਜ਼ ਹੀ ਕਰਵਾਉਣਾ ਪੈਣਾ। ਜਿਵੇਂ ਇਹਦੇ ਵਿੱਚ ਦੇਖੋਗੇ ਕਾਫੀ ਸਾਰੇ ਪ੍ਰੋਡਕਟ ਆ, ਤਾਂ ਇੱਥੇ ਮੈਂ ਚੂਜ਼ ਵੀ ਕਰ ਸਕਦੀ, ਜਿਵੇਂ ਮੈਂ ਕਹਤਾ ਕੇਜੀ ਵਾਲੇ, ਤਾਂ ਕੇਜੀ ਵਾਲੇ ਆਪਾਂ ਨੂੰ ਦਿਖ ਜਾਣਗੇ। ਠੀਕ ਹੈ, ਜਾਂ ਮੈਂ ਇੱਥੇ ਕਹਤਾ ਟੀਨ ਵਾਲੇ, TIN ਟੀਨ ਮੈਂ ਲਿਖਤਾ ਤਾਂ ਟੀਨ ਵਾਲੇ ਮੈਨੂੰ ਦਿਖ ਜਾਣਗੇ। ਮਤਲਬ ਟੈਕਸਟ ਫਿਲਟਰ ਤੇ ਆਪਾਂ ਜਾਂਦੇ ਆ, ਅਗਰ ਆਪਾਂ ਟੈਕਸਟ ਫਿਲਟਰ ਤੇ ਜਾਂਦੇ ਆ, ਇਕੁਅਲ ਟੂ, ਨॉट ਇਕੁਅਲ ਟੂ, ਠੀਕ ਹੈ, ਉਹੀ ਸਾਰੀ ਕਮਾਂਡ ਮਿਲ ਜਾਣੀ ਹੈ, ਕੰਟੇਨ। ਠੀਕ ਹੈ, ਅਗਰ ਆਪਾਂ ਇਕੁਅਲ ਟੂ ਤੇ ਜਾਂਦੇ ਆ ਤਾਂ ਕਿਹਦੇ ਇਕੁਅਲ ਟੂ ਦਿਖਾਣਾ, ਮੈਂ ਕਹਤਾ ਕੇਜੀ ਦੇ ਇਕੁਅਲ ਟੂ, ਤਾਂ ਇਸ ਤੋਂ ਵਧੀਆ ਤਾਂ ਹੈਗਾ ਬਾਹਰੋਂ ਹੀ ਕਰ ਲਓ। ਠੀਕ ਹੈ, ਉਹੀ ਚੀਜ਼ ਆ ਜਾਂਦੀ ਹੈ, ਅਗਰ ਇਹਦੇ ਅੰਦਰ ਆਪਾਂ ਜਾਂਦੇ ਆ ਤਾਂ ਉਹੀ ਚੀਜ਼ ਆ ਜਾਂਦੀ ਹੈ, ਇਕੁਅਲ ਟੂ ਦਿਖਾਣਾ, ਡਸ ਨਾਟ ਇਕੁਅਲ ਟੂ ਦਿਖਾਣਾ, ਕਿਹਦੇ ਇਕੁਅਲ ਟੂ ਨਾ ਹੋਵੇ। ਕਸਟਮ ਫਿਲਟਰ ਦੇ ਵਿੱਚ ਆਪਾਂ ਆਪ ਫਿਲਟਰ ਬਣਾਵਾਂਗੇ, ਲਿਖਾਂਗੇ। ਠੀਕ ਹੈ, ਕਿਹਦੇ ਇਕੁਅਲ ਟੂ ਹੋਵੇ, ਕਿਹਦੇ ਇਕੁਅਲ ਟੂ ਨਾ ਹੋਵੇ, ਡਸ ਨਾਟ ਇਕੁਅਲ ਟੂ, ਗ੍ਰੇਟਰ ਦੈਨ ਹੋਵੇ। ਹੁਣ ਇੱਥੇ ਗ੍ਰੇਟਰ ਦੈਨ ਵਾਲੀ ਕਮਾਂਡ ਤਦੋਂ ਹੀ ਵਰਕ ਕਰਨੀ ਹੈ ਅਗਰ ਇਹ ਨੰਬਰ ਹੋਵੇ, ਨੰਬਰ ਤਾਂ ਹੈ ਨਹੀਂ, ਇਹ ਤਾਂ ਕੈਰੈਕਟਰ ਆ, ਕੈਰੈਕਟਰ ਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਗ੍ਰੇਟਰ ਦੈਨ ਤੇ ਲੈਸ ਦੈਨ। ਠੀਕ ਹੈ, ਇੱਥੇ ਜਸਟ ਆਪਾਂ ਇਕੁਅਲ ਟੂ ਦਾ ਹੀ ਯੂਜ਼ ਕਰਾਂਗੇ, ਜਿਵੇਂ ਆ ਡਸ ਨਾਟ ਇਕੁਅਲ ਟੂ ਹੈਗਾ, ਮੈਂ ਕਹਿ ਦਿੰਦੀ ਇੱਥੇ ਜਿਹੜੇ ਕੇਜੀ ਦੇ ਇਕੁਅਲ ਟੂ ਨਾ ਹੋਣ ਤਾਂ ਕੇਜੀ ਵਾਲੇ ਆਪਾਂ ਨੂੰ ਨਹੀਂ ਦਿਖਣੇ, ਦੇਖੋ ਹੁਣ ਇੱਥੇ ਕੇਜੀ ਵਾਲੇ ਨਹੀਂ ਦਿਖਣੇ, ਬਾਕੀ ਸਾਰੇ ਦਿਖਣੇ। ਠੀਕ ਹੈ, ਇਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ, ਬਟ ਇਸ ਤੋਂ ਵਧੀਆ ਤਾਂ ਇਹ ਹੈਗਾ ਵੀ ਕਿ ਉਹ ਡਾਇਲੌਗ ਬਾਕਸ ਓਪਨ ਕਰਵਾ ਕੇ ਉਹਦੇ ਅੰਦਰ ਫਿਲ ਕਰਨਾ, ਅਨਸਿਲੈਕਟ ਮਾਰ ਕੇ ਇੱਕ ਨੂੰ ਸਿਲੈਕਟ ਕਰਕੇ ਓਕੇ ਕਰਵਾ ਦਿੱਤਾ ਤਾਂ ਇਹਨੂੰ ਹੀ ਦਿਖਾ ਦਿੰਦਾ ਹੈ। ਤੇ ਆਪਾਂ ਡਬਲ ਫਿਲਟਰ ਵੀ ਲਗਾ ਸਕਦੇ ਹਾਂ, ਬਾਈ ਚਾਂਸ ਮੈਨੂੰ बैग वाले देखने हैं, जिवें मैं सिलेक्ट करवा के अनसिलेक्ट करवाता, मैं कहता बैग वाले देखने नाले बॉटल वाले भी देखने हैं, तो की करवा दो तो बैग एंड बॉटल वाला दिखा दूँ। ठीक है, इधर भी अगर डबल लगानी हो, जिवें इत्थे मैं सपोज कहता मैंने सेल वाले भी देखने हैं, सेल कैश वाले भी देखने हैं, तो सेल वाला भी दिखूगा तो सेल कैश वाला भी दिखूगा। ठीक है, डबल भी आप लगा सकते हैं, ट्रिपल भी लगाया तो ट्रिपल भी लगा सकते हैं, ट्रिपल चीज़ भी ऊपर में दिखती है। तो फिल्टर कमांड समझ लग गई।
ਫਿਲਟਰ ਕਮਾਂਡ ਦੇ ਵਿੱਚ ਇੱਕ ਕਮਾਂਡ ਹੋਰ ਸੀਗੀ ਉੱਪਰ ਟੌਪ ਤੇ ਤੁਹਾਨੂੰ ਦਿਖੀ ਹੋਣੀ ਹੈ ਆ ਸ਼ਾਰਟਿੰਗ ਦੀ A to Z ਕਰਵਾ ਦੋਗੇ ਤਾਂ A to Z ਹੋ ਜਾਣਾ ਵਾ ਇਹਦੀ A to Z ਕਰਵਾਣੀ ਹੋਵੇ ਕਲਿੱਕ ਕਰਵਾ ਕੇ स्मॉलेस्ट टू लार्जेस्ट करवाना था पहला सारे स्मॉल वाले उस तो बाद लार्जेस्ट वाले या मैं क्या देनी है लार्जेस्ट टू स्मॉलेस्ट आ जाना था लार्जेस्ट टू स्मॉलेस्ट आ जाना ਉਹਦੇ ਥੱਲੇ ਇੱਕ ਤੁਹਾਨੂੰ ਦੇਖਿਆ ਸੀ ਕਸਟਮ ਫਿਲਟਰ ਦਾ ਕੀ ਹੋਏਗਾ ਸੌਰੀ ਕਸਟਮ ਸ਼ਾਟ ਦੇਖਿਆ ਸੀ ਕਸਟਮ ਸ਼ਾਟ ਤੇ ਜਦੋਂ ਮੈਂ ਕਰਸਰ ਰੱਖਦੀ ਹਾਂ ਆ ਦੇਖੋ ਇੱਥੇ ਲਿਖਿਆ ਕਸਟਮ ਸ਼ਾਟ ਕਲਿੱਕ ਕਰਵਾ ਦੋ ਆ ਡਾਇਲੌਗ ਬਾਕਸ ਓਪਨ ਹੁੰਦਾ ਇਹ ਜਿਹੜੀ ਡਾਇਲੌਗ ਬਾਕਸ ਹੈ ਦੀ ਗੱਲ ਆਪਾਂ ਕਰਦੇ ਹਾਂ ਠੀਕ ਹੈ क्लोज करवा दो ਸਿੰਗਲ ਦਾ ਕਿਵੇਂ ਆਪਾਂ ਮਤਲਬ ਕਿ ਲਗਾ ਸਕਦੇ ਹਾਂ सिंगल का क्या मतलब कह रही हूँ ਮਤਲਬ ਕਿ ਜਿਵੇਂ ਤੁਸੀਂ ਦੱਸਿਆ ਨਾ ਕਿ ਇੱਕ ਸਿੰਗਲ ਤੇ ਲਗਾ ਸਕਦੇ ਹਾਂ ਜਿਵੇਂ ਮੈਂ ਇੱਥੇ ਦੱਸ ਜਿਵੇਂ ਇੱਥੇ ਮੈਂ ਕਿਹਾ ਸੀ ਵੀ ਅਨਸਲੈਕਟ ਮਾਰ ਕੇ ਜਿਵੇਂ ਮੈਨੂੰ ਬੈਗ ਵੀ ਦੇਖਣਾ ਤੇ ਬੋਟਲ ਵੀ ਦੇਖਣਾ ਤਾਂ ਦੋਨੋਂ ਟਿਕ ਕਰਵਾ ਦੋਗੇ ਤਾਂ ਨਹੀਂ ਜਿਵੇਂ ਹੁਣ ਮੰਨ ਲਾ ਐਵੇਂ ਵੀ ਹੋ ਸਕਦਾ ਕਿ ਜਿਵੇਂ ਹੁਣ ਸਾਰਾ ਡਾਟਾ ਸਿੰਗਲ ਕਾਲਮ ਤੇ ਵੀ ਲੱਗ ਸਕਦਾ ਵਾ ਫਿਲਟਰ ਜੇ ਇੱਕ ਕਾਲਮ ਤੇ ਲਗਾਉਣਾ मैं समझ नहीं पा रही ਮਤਲਬ ਕਿ ਜਿਵੇਂ ਸਾਰੇ ਕਾਲਮ ਆਏ ਤਾਂ ਸਾਰੇ ਕਾਲਮ ਤੇ ਫਿਲਟਰ ਲੱਗਾ ਹੋਇਆ ਨਾ ਜੇ ਮੈਂ ਚਾਹਾਂ ਕਿ ਇਕੱਲਾ ਮਤਲਬ ਕਿ ਰੇਟ ਤੇ ਫਿਲਟਰ ਲੱਗੇ ਏਦਾਂ ਹੋ ਸਕਦਾ नहीं फिर उन्हें फिर कल्ला इतने फिल्टर लगाने का की फायदा अगर सपोज कर लो जिवें आ सेल ठीक है मैं इतने कहनी है भी इतने फिल्टर लगे तो ये सामने वाले रिकॉर्ड चेंज होंगे ता ही फिल्टर कमांड का यूज है ना अगर वो सामने वाले चेंज ही नहीं होए फिर फायदा की है जिवें मैं कह देवां भी एक रिकॉर्ड आ मेरे को नेम लिखिया क्लास लिखिया रोल नंबर लिखिया ठीक है हुण रोल नंबर तो मैं चेंज कर रही हूँ बाकी सारा डाटा उदा ही रहे तो राम का श्याम ते आ जाना श्याम का किसी होर ही ते आ जाना गलत हो जाना फिर उत्थे डाटा अपना ठीक है तो उस तरह की कोई कमांड भी नहीं हैगी भी आप एक पार्टिकुलर एक कॉलम ते लगा लीए आप शॉर्टिंग करवा सकते हैं बट फिल्टर तो उत्थे लगाना है जिथे बहुत सारा डाटा जिथों आपां डाटा निकाल के लगाना हो डाटा निकाल के अलग ही रखना तो फिर उत्थे फिल्टर कमांड यूज करते हैं बट इन्हों की शॉर्टिंग करवा सकते हैं शॉर्टिंग जिदा मैं क्या ना इथों स्मॉलेस्ट टू लार्जेस्ट या लार्जेस्ट टू स्मॉलेस्ट या यदी गल करिए तो ये एक डायलॉग बॉक्स ही ओपन होंगे है डायलॉग बॉक्स की आप गल कर लेंगे ठीक है तो फिल्टर कमांड समझ लग गई इनू ऑफ करवा लेंगे तो फिल्टर कमांड ऑफ हो जाएगी ठीक है इतों भी आप शॉर्टिंग वाली कमांड यूज कर सकते हैं जिमें आ कॉलम से रखा मैं शॉर्टिंग वाली कमांड यूज करनी है इतने भी शॉर्टिंग वाली कमांड यूज हो जाती है फिर इनू क्लिक करवाऊंगी तो पुट्ठा हो गया A to Z या Z to A ਤੇ ਜਿਹੜੀ ਆਹ ਵਾਲੀ ਕਮਾਂਡ ਹੈ ਸ਼ਾਰਟ ਉਹੀ ਡਾਇਲੌਗ ਬਾਕਸ ਓਪਨ ਹੋ ਗਿਆ ਜੋ ਅੰਦਰੋਂ ਡਾਇਲੌਗ ਬਾਕਸ ਓਪਨ ਹੋ ਗਿਆ ਸੀ ਠੀਕ ਹੈ ਇੱਕ ਵਾਰ ਯਾਦ ਆ ਤੁਸੀਂ ਸਾਰਿਆਂ ਨੇ ਮੈਨੂੰ ਪੁੱਛਿਆ ਸੀ ਵੀ ਆਪਾਂ ਡਬਲ ਸ਼ਾਰਟਿੰਗ ਕਰ ਸਕਦੇ ਹਾਂ ਡਬਲ ਸ਼ਾਰਟਿੰਗ ਦਾ ਮਤਲਬ ਆਹ ਵਾਲੇ ਕਾਲਮ ਨੂੰ ਵੀ ਸ਼ਾਰਟ ਕਰਨਾ ਤੇ ਆਹ ਵਾਲੇ ਕਾਲਮ ਨੂੰ ਵੀ ਸ਼ਾਰਟ ਕਰਨਾ ਠੀਕ ਹੈ ਤਾਂ ਉਹ ਡਬਲ ਸ਼ਾਰਟਿੰਗ ਦੀ ਕਮਾਂਡ ਆਪਾਂ ਇਹਦੇ ਜ਼ਰੀਏ ਕਰ ਸਕਦੇ ਹਾਂ ਬਟ ਇਹਨੇ ਡਬਲ ਸ਼ਾਰਟਿੰਗ ਕਰਨੀ ਤਾਂ ਹੈ ਬਟ ਸਭ ਤੋਂ ਪਹਿਲਾਂ ਤਾਂ ਇਹਦੀ ਸ਼ਾਰਟਿੰਗ ਕਰੂਗਾ ਦੈਨ ਉਸ ਤੋਂ ਬਾਅਦ ਇਹਦੀ ਸ਼ਾਰਟਿੰਗ ਕਰੂਗਾ ठीक है देखो किदा मैं जिवें शॉर्टिंग ते गई इत्थे सब तो पहला कहंदा शॉर्ट बाई की दे अकॉर्डिंग करवाना मैं इत्थे कहता वी टाइप दे अकॉर्डिंग करवाना ठीक है इत्थे पुछदा वैल्यूज नू करवाना वा मैं कहता हाँ जी वैल्यूज नू करवाना इधर आ जाओगे तो पुछदा आर्डर की होवे Z to A होवे या A to Z होवे अगर मैं क्लिक करवा के कह देनी A to Z होवे तो A to Z भी हो सकता है ठीक है हुण उस तो बाद मैनू सपोज कर लो ਇਹਦੀ ਤਾਂ ਸ਼ਾਰਟਿੰਗ ਹੋ ਜਾਣੀ ਹੈ ਜਿਵੇਂ ਮੈਂ ਓਕੇ ਕਰਦੀ ਹਾਂ ਇਹਦੀ ਤਾਂ ਸ਼ਾਰਟਿੰਗ ਹੋ ਹੁਣ ਸਪੋਜ਼ ਇਸ ਤੋਂ ਬਾਅਦ ਮੈਨੂੰ ਇਹਦੀ ਵੀ ਸ਼ਾਰਟਿੰਗ ਕਰਵਾਉਣੀ ਹੈ ਠੀਕ ਹੈ ਬਟ ਇਹਦੀ ਸ਼ਾਰਟਿੰਗ ਪਤਾ ਕਿੱਥੋਂ ਹੋਣੀ ਹੈ ਇੱਥੋਂ ਹੋਣੀ ਹੈ ਥੱਲੋਂ ਕਿਉਂਕਿ ਪਹਿਲਾਂ ਤਾਂ ਇਹਨੇ ਆਹ ਚੀਜ਼ ਨੂੰ ਦੇਖਣਾ ਉਸ ਤੋਂ ਬਾਅਦ ਜਿੱਥੇ ਫਿਨਿਸ਼ ਹੁੰਦਾ ਨਾ ਉਸ ਤੋਂ ਬਾਅਦ ਇਹਨੂੰ ਦੇਖਣਾ ਸਟਾਰਟ ਕਰੂਗਾ ਜਿਵੇਂ ਪਹਿਲਾਂ ਤੁਹਾਨੂੰ ਕਰਕੇ ਦਿਖਾਉਂਦੇ ਆ ਫਿਰ ਆਪਾਂ ਨੂੰ ਸਮਝ ਲੱਗੂਗਾ ਮੈਂ ਕੀ ਕਰਦੀ ਹਾਂ ਇਹਦੇ ਵਿੱਚ ਚੱਲਦੀ ਹਾਂ ਠੀਕ ਹੈ ਸਿਲੈਕਟ ਨਹੀਂ ਕਰਨਾ ਆਪਾਂ ਨੇ ਕਲਿੱਕ ਕਰਵਾਇਆ डायलॉग बॉक्स ओपन होया इसी चीज़ ਨੂੰ सिलेक्ट करवा के देखो इत्थे लिखिया कॉपी लेवल इनू क्लिक करवाया तो देखो इत्थे लिखिया देन बाय दा मतलब पहला तो आ वाले कॉलम की शॉर्टिंग करनी है देन बाय आ वाले कॉलम की शॉर्टिंग करनी है मैं इनू क्लिक करवा के कह दिंदी हां वी नंबर की करनी है इनू तो वी टाइप के अकॉर्डिंग करना इनू वी नंबर के अकॉर्डिंग करना इत्थे मैं कहता वैल्यूज इत्थे भी मैं कहता स्मॉलेस्ट टू लार्जेस्ट ओके करवा लूँगी तो हुण आपां देख सकते हैं ऊपर आ जाते हैं देख सकते हैं पहला इहदी शॉर्टिंग दैन उस तो बाद इहदी शॉर्टिंग की समझ रहे हो हुण तुसीं ये सोच रहे होंगे भी इत्थे 1 2 3 4 क्यों नहीं आया 1 2 3 4 इसलिए नहीं आया क्योंकि जेड़ा 1 2 3 4 सीगा वो वी टाइप का सीगा ते वी टाइप ते इत्थे देखोगे ना सेल परचेज दे विच 1 2 3 4 सीगा मैं इत्थे थल्ले हो सकदा अपन थल्ले दिखाऊं
1 2 3 4 हमने दिखाया है। इतने देखो बीच बीच डाटा भी तो आ देखो इतने 1 2 3 4 आ गया ना। ਹੁਣ ਇੱਥੇ ਦੇਖੋ ਲਿਖਿਆ ਹੋਇਆ ਪੀਸੀ ਹੈ ਨਾ। ਤਾਂ ਪਹਿਲਾਂ ਪਰਚੇਜ਼ ਵਾਲਿਆਂ ਨੂੰ ਇਹਨੇ ਪਰਚੇਜ਼ ਨੂੰ ਕੀਤਾ, ਉਸ ਤੋਂ ਬਾਅਦ ਦੈਨ 1 ਆਇਆ। ਸਮਝ ਰਹੇ ਹੋ ਵੀ ਪਹਿਲਾਂ ਉਹਨੇ ਆਹ ਵਾਲਾ ਕਾਲਮ ਚੈੱਕ ਕਰਨਾ, ਆਹ ਵਾਲੇ ਕਾਲਮ ਦੀ ਸ਼ਾਰਟਿੰਗ ਕਰਨੀ, ਆਹ ਵਾਲੇ ਕਾਲਮ ਨੂੰ ਚੈੱਕ ਕਰਨ ਤੋਂ ਬਾਅਦ ਦੂਜੇ ਵਾਲੇ ਕਾਲਮ ਤੇ ਆਊਗਾ, ਦੂਜੇ ਵਾਲੇ ਕਾਲਮ ਨੂੰ ਚੈੱਕ ਕਰੂਗਾ। ਗੱਲ ਸਮਝ ਲੱਗੀ। ਤੇ ਅਗਰ ਇਸ ਚੀਜ਼ ਦਾ ਹੋਰ ਵਧੀਆ ਤਰੀਕੇ ਨਾਲ ਨਹੀਂ ਸਮਝ ਆ ਰਿਹਾ ਤਾਂ ਫਿਰ ਆਪਾਂ ਕਲਰ ਲਗਾ ਕੇ ਹੋਰ ਵਧੀਆ ਤਰੀਕੇ ਨਾਲ ਸਮਝਾਂਗੇ, ਬਟ ਉਹ ਕਮਾਂਡ ਆਪਾਂ ਕੱਲ ਨੂੰ ਕਰਦੇ ਹਾਂ ਅੱਜ। ਠੀਕ ਹੈ ਵੀ ਮੈਂ ਮਤਲਬ ਤੁਹਾਨੂੰ ਕਲਰ ਲਗਾ ਕੇ ਤੁਹਾਨੂੰ ਦੱਸੂਗੀ ਕਿੱਦਾਂ